ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਤਰੁ ਦਰ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਵਾਰ ਵਾਰ ਜਗਦੀਸਾ। ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਜਾਤੇ ਦੂਜੀ ਵਸਤ ਨ ਕੋਈ ਹੋਤੀ ਜੋ ਹਮ ਟਿਕ ਬਾਕੀ ਸੋਈ। ਸ਼੍ਰੀ ਗੁਰ ਬੋਲੇ ਭੋਰ ਪਰ ਬਿਨਾ ਜੈ ਪੀ ਪੰਚ ਤਤ ਨ ਕੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ। ਲੜੀਵਾਰ ਚੱਲ ਰਹੀ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਥਾ ਕੱਲ ਦੇ ਦੀਵਾਨਾਂ ਵਿੱਚ ਆਪ ਦੀਆਂ ਨੇ ਇੱਥੋਂ ਤੱਕ ਸ਼ਰਵਣ ਕੀਤੀ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ
ਭਾਈ ਮਰਦਾਨਾ ਜੀ ਦੇ ਨਾਲ ਚਲਦਿਆਂ ਚਲਦਿਆਂ ਇੱਕ ਸਾਗਰ ਪਾਰ ਕਰਕੇ ਉਸ ਦੇਸ਼ ਵਿੱਚ ਪਹੁੰਚੇ ਹਨ ਜਿੱਥੋਂ ਦਾ ਰਾਜਾ ਸੁਦਰਸੈਨ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਭਾਈ ਝੰਡਾ ਜੀ ਦੇ ਘਰ ਘੱਲਿਆ। ਭਾਈ ਝੰਡੇ ਨੇ ਸ਼ਰਧਾ ਭਾਵਨਾ ਨਾਲ ਭਾਈ ਮਰਦਾਨਾ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਵਾਸਤੇ ਸੁੰਦਰ ਭੋਜਨ ਤਿਆਰ ਕੀਤਾ। ਘਰੋਂ ਬਹੁਤ ਗਰੀਬ ਹੈ ਪਰ ਸ਼ਰਧਾ ਭਾਵਨਾ ਨਾਲ ਉਹਨੇ ਭੋਜਨ ਤਿਆਰ ਕੀਤਾ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਕੋਲ ਉਹ ਭੋਜਨ ਵਸਤ ਲੈ ਕੇ ਆਏ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ, ਭਾਈ ਝੰਡੇ, ਇਹ ਭੋਜਨ ਭਾਈ ਮਰਦਾਨੇ ਨੂੰ ਭੁੱਖ ਲੱਗੀ ਸੀ, ਉਹਨਾਂ ਨੂੰ ਛਕਾਉਣਾ ਸੀ, ਸਾਡੇ ਵਾਸਤੇ ਕਿਉਂ ਲਿਆਏ ਹੋ? ਮਹਾਰਾਜ, ਤੁਹਾਨੂੰ ਵੀ ਪਰਮੇਸ਼ਰ ਨੇ ਘੱਲਿਆ ਹੈ, ਮੈਨੂੰ ਵੀ ਪਰਮੇਸ਼ਰ ਨੇ ਸੋਝੀ ਦਿੱਤੀ ਹੈ, ਮੇਰੇ ਮਨ ਦੀ ਇੱਛਾ ਹੈ ਤੁਸੀਂ ਵੀ ਭੋਜਨ ਛਕੋ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਹਿੰਦੇ ਹਨ, ਭਾਈ ਝੰਡੇ, ਅਸੀਂ ਭੋਜਨ ਛਕਾਂਗੇ ਪਰ ਇਸ ਭੋਜਨ ਦੇ 5 ਹਿੱਸੇ ਕਰ ਲਓ। ਮਹਾਰਾਜ, ਕਿਉਂ? ਕਹਿਣਗੇ, ਆਪਣੇ ਮਿੱਤਰ ਭਾਈ ਇੰਦਰਸੈਨ ਨੂੰ ਵੀ ਬੁਲਾਓ। ਪਰਮੇਸ਼ਰ ਦੀ ਸੋਝੀ ਤੁਹਾਨੂੰ ਕਿੱਥੋਂ ਹੋਈ ਹੈ? ਕੀ ਉਸ ਪਰਮੇਸ਼ਰ ਦੀ ਕਦੇ ਪਹਿਚਾਣ ਕੀਤੀ ਹੈ? ਤਾਂ ਭਾਈ ਇੰਦਰਸੈਨ ਨੂੰ ਭਾਈ ਝੰਡਾ ਜੀ ਨੂੰ ਘੱਲ ਕੇ ਸਤਿਗੁਰ ਜੀ ਨੇ ਬੁਲਾ ਲਿਆ। ਜਦੋਂ ਦੋਵੇਂ ਆ ਕੇ ਬੈਠ ਗਏ, ਹਜ਼ੂਰ ਨੇ ਬਚਨ ਕਹੇ, ਦੱਸੋ ਭਾਈ ਝੰਡਾ, ਪਰਮੇਸ਼ਰ ਦੀ ਕਦੇ ਪਹਿਚਾਣ ਹੋਈ ਹੈ? ਹੱਥ ਜੋੜ ਕੇ ਕਿਹਾ, ਨਹੀਂ ਮਹਾਰਾਜ, ਉਹਦੇ ਬਾਰੇ ਸੁਣਿਆ ਹੈ, ਚੰਗਾ ਲੱਗਦਾ ਹੈ, ਅਵਿਲੱਖਾ ਵੱਧਦੀ ਹੈ, ਕੋਈ ਪੂਰਾ ਗੁਰੂ ਮਿਲੇਗਾ, ਇੱਕ ਦਿਨ ਮਿਲਾਪ ਵੀ ਹੋ ਜਾਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਭਾਈ ਇੰਦਰਸੈਨ, ਫਿਰ ਅੱਜ ਹੀ ਪਰਮੇਸ਼ਰ ਨਾਲ ਮਿਲਾ ਦਈਏ। ਮਹਾਰਾਜ ਕਿਰਪਾ ਕਰੋ। ਤਾਂ ਸਤਿਗੁਰਾਂ ਕਿਹਾ, ਕੋਈ ਦਕਸ਼ਣਾ ਦੇਣੀ ਪਏਗੀ, ਗੁਰੂ ਦਕਸ਼ਣਾ ਦਿਓ। ਮਹਾਰਾਜ ਹੁਕਮ ਕਰੋ। ਪਾਤਸ਼ਾਹ ਨੇ ਕਿਹਾ, ਕੀ ਹੈ ਤੁਹਾਡੇ ਕੋਲ? ਉਹਨੇ ਕਿਹਾ, ਮਹਾਰਾਜ, ਧਨ ਦੌਲਤ ਜਾਇਦਾਦ ਘਰ-ਬਾਰ ਸਭ ਕੁਝ ਤੁਹਾਨੂੰ ਦੇਤਾ। ਮਹਾਰਾਜ ਕਿਰਪਾ ਕਰੋ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਬਚਨ ਕਹਿੰਦੇ, ਭਾਈ ਹੁਣ ਤੁਹਾਡੇ ਕੋਲ ਫਿਰ ਕੀ ਰਹਿ ਗਿਆ? ਉਹਨਾਂ ਕਿਹਾ, ਮਹਾਰਾਜ, ਸਰੀਰ ਰਹਿ ਗਿਆ। ਤਾਂ ਸਤਿਗੁਰਾਂ ਬਚਨ ਕਿਹਾ, ਇਹ ਵੀ ਤਾਂ ਨਾਸ਼ਵੰਤ ਹੈ, ਸਰੀਰ ਵੀ ਤਾਂ ਨਾਸ਼ਵੰਤ ਹੈ, ਇਹ ਤੁਹਾਡਾ ਤਾਂ ਹੈ ਹੀ ਨਹੀਂ। ਪਾਤਸ਼ਾਹ ਫਿਰ ਕਹਿਣਗੇ, ਇਹ ਸਰੀਰ ਵੀ ਨਾਸ਼ਵੰਤ ਹੈ, ਹੋਰ ਦੱਸੋ ਤੁਸੀਂ ਕੀ ਦਕਸ਼ਣਾ ਦੇ ਸਕਦੇ ਹੋ? ਉਹਨਾਂ ਪਾਤਸ਼ਾਹ ਨੂੰ ਹੱਥ ਜੋੜ ਕੇ, ਮਹਾਰਾਜ, ਹੁਣ ਤਾਂ ਫਿਰ ਸਾਡਾ ਮਨ, ਚਿੱਤ, ਬੁੱਧ, ਇਹ 3 ਚੀਜ਼ਾਂ ਰਹਿ ਗਈਆਂ, ਜਿਹਨੂੰ ਬਾਣੀ ਅੰਦਰ ਪਾਤਸ਼ਾਹ ਕਹਿੰਦੇ ਹਨ, ਤਿੱਥੇ ਘੜੀਏ ਸੁਰਤ, ਮਤ, ਮਨ, ਬੁੱਧ। ਮਹਾਰਾਜ, ਇਹ ਹੁਣ ਚੀਜ਼ਾਂ ਰਹਿ ਗਈਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਬਖਸ਼ਿਸ਼ ਕਰਕੇ ਕਹਿਣ ਲੱਗੇ ਸਨ ਕਿ ਇਹ 3 ਚੀਜ਼ਾਂ ਵੀ ਸਾਨੂੰ ਸਮਰਪਣ ਕਰ ਦਿਓ। ਇੱਥੇ ਹੀ ਸਮਾਂ ਸਮਾਪਤ ਹੋ ਗਿਆ ਸੀ। ਆਓ ਚਿੱਤ, ਮਨ, ਬੁੱਧ ਪਾਤਸ਼ਾਹ ਨੂੰ ਭੇਂਟ ਕਰਨ ਤੋਂ ਬਾਅਦ ਹਜ਼ੂਰ ਕਿਵੇਂ ਸੁਰਤੀ ਵਿੱਚ ਨਿਜ ਰੂਪ ਦੇ ਦਰਸ਼ਨ ਕਰਾਉਂਦੇ ਹਨ, ਭਾਈ ਝੰਡਾ ਤੇ ਇੰਦਰਸੈਨ ਕਿਵੇਂ ਬ੍ਰਹਮ ਗਿਆਨ ਵਿੱਚ ਜੁੜਦੇ ਹਨ। ਆਓ ਇਸ ਪਿਆਰ ਭਰੇ ਪ੍ਰਸੰਗ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਲਾਓ ਹਾਜ਼ਰੀ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਜਾਤੇ ਦੂਜੀ ਵਸਤ ਨਾ ਕੋਈ, ਹੋਤੀ ਜੋ ਹਮ ਟਿਕ ਪਾਕੇ ਸੋਈ। ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚਿਤਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਬੜੇ ਪਿਆਰ ਨਾਲ ਲਿਖਦੇ, ਕਹਿੰਦੇ ਦੋਵਾਂ ਜਣਿਆਂ ਨੇ, ਇੰਦਰਸੈਨ ਔਰ ਭਾਈ ਝੰਡੇ ਨੇ ਹੱਥ ਜੋੜ ਕੇ, ਮਹਾਰਾਜ, ਸਰੀਰ ਤੋਂ ਬਾਅਦ ਤਾਂ ਹੁਣ ਕੋਈ ਵਸਤੂ ਨਹੀਂ ਹੈ, ਧਨ ਦੌਲਤ ਘਰ-ਬਾਰ ਮਹਾਰਾਜ ਤੁਹਾਨੂੰ ਸੌਂਪਿਆ, ਹੁਣ ਸਰੀਰ ਹੈ। ਤਾਂ ਪਾਤਸ਼ਾਹ ਤੁਸੀਂ ਕਹਿੰਦੇ ਹੋ ਸਰੀਰ ਵੀ ਨਾਸ਼ਵੰਤ ਹੈ, ਜੇ ਸਰੀਰ ਵੀ ਸਾਡਾ ਨਹੀਂ, ਮਹਾਰਾਜ, ਫਿਰ ਕਿਹੜੀ ਵਸਤੂ ਹੈ? ਜਾਣਤੇ ਦੂਜੀ ਵਸਤ ਨਾ ਕਾਈ, ਹੁਣ ਹੋਰ ਕੋਈ ਚੀਜ਼ ਭੇਂਟ ਕਰਨ ਨੂੰ ਬਾਕੀ ਨਹੀਂ ਹੈ। ਸ੍ਰੀ ਗੁਰ ਬੋਲੇ ਬੋਰ ਪਰ ਬਿਨਾ,
ਜੈ ਪੀ ਪੰਚ ਤਤ ਨੈ ਕੀਨਾ। ਸੱਚੇ ਪਾਤਸ਼ਾਹ ਨੇ ਬਚਨ ਕਹੇ ਭਾਈ ਜਿਵੇਂ ਸਰੀਰ ਨਾਸ਼ਵੰਤ ਹੈ, ਇਹ ਸਰੀਰ ਵੀ ਤੁਸੀਂ ਸਾਨੂੰ ਭੇਂਟ ਕਰ ਦਿੱਤਾ, ਹੁਣ ਦੱਸੋ ਬਾਕੀ ਕੀ ਬਚਿਆ। ਮਹਾਰਾਜ ਹੋਰ ਤਾਂ ਕੋਈ ਵਸਤ ਨਹੀਂ ਹੈ, ਹੁਣ ਤਾਂ ਮਨ ਹੈ ਜਿਹਦੇ ਅੰਦਰ ਫੁਰਨੇ ਪੈਦਾ ਹੁੰਦੇ ਹਨ, ਚਿੱਤ ਹੈ ਜਿਹਦੇ ਅੰਦਰ ਵਿਚਾਰਾਂ ਪੈਦਾ ਹੁੰਦੀਆਂ ਹਨ, ਬੁੱਧ ਹੈ ਜਿਹੜਾ ਕੀਤੇ ਹੋਏ ਫੁਰਨਿਆਂ ਨੂੰ ਡਿਸੀਜਨ ਲੈਂਦਾ, ਫੈਸਲੇ ਕਰਦਾ ਕਿ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਚਿੱਤ ਹੈ ਜੋ ਸੋਚਦਾ ਹੈ ਇਸ ਤਰ੍ਹਾਂ ਕਰਾਂ ਤਾਂ ਕੀ ਹੋਏਗਾ। ਪਾਤਸ਼ਾਹ ਨੇ ਬਚਨ ਕਹਿੰਦੇ ਫਿਰ ਇਹ ਮਨ ਚਿੱਤ ਬੁੱਧ ਇਹ ਹੁਣ ਚੀਜ਼ਾਂ ਤਿੰਨੇ ਤੁਹਾਡੇ ਕੋਲ ਰਹਿ ਗਈਆਂ। ਭਾਈ ਝੰਡੇ ਭਾਈ ਅੰਦਰ ਸਹਿਣ, ਦੱਸੋ ਇਹ ਮਨ ਚਿੱਤ ਬੁੱਧ ਵੀ ਭੇਂਟ ਕਰ ਸਕਦੇ ਹੋ। ਜਾਂ ਕੋ ਕਾਰਨ ਹੋਏ ਅਸਤ, ਸੋ ਕਾਰਜ ਨੇ ਪਿਖਿਅਤ ਸਤ। ਤਾਂ ਹੱਥ ਜੋੜ ਕੇ ਕਿਹਾ ਮਹਾਰਾਜ ਚਲੋ ਮਨ ਚਿੱਤ ਬੁੱਧ ਜੋ ਵੀ ਸਾਡਾ ਹੈ ਮਹਾਰਾਜ ਉਹ ਵੀ ਤੁਹਾਨੂੰ ਬਖਸ਼, ਉਹ ਵੀ ਤੁਹਾਡੇ ਚਰਨਾਂ 'ਚ ਰੱਖਿਆ, ਭੇਂਟ ਕੀਤੀ। ਹੁਣ ਗੁਰੂ ਦਕਸ਼ਿਣਾ ਮਹਾਰਾਜ ਦੱਸੋ ਇਸ ਤੋਂ ਇਲਾਵਾ ਕੀ ਹੈ। ਪਾਤਸ਼ਾਹ ਨੇ ਬਚਨ ਕਹਿੰਦੇ ਭਾਈ ਝੰਡੇ ਇਹ ਵੀ ਸੱਤ ਤੇ ਅਸੱਤ ਸਮਝਦਾ ਹੈ, ਅਸੱਤ ਨੂੰ ਸੱਤ ਮੰਨਣ ਲੱਗ ਪੈਂਦਾ, ਮਨ ਵੀ ਭਰਮ ਪੈਦਾ ਕਰਦਾ ਹੈ, ਇਹ ਭਰਮਾਂ ਵਿੱਚ ਰਹਿੰਦਾ ਹੈ, ਇਹਨੂੰ ਸੰਸਾਰ ਦੀਆਂ ਚੀਜ਼ਾਂ ਸੱਚ ਲੱਗਣ ਲੱਗ ਪੈਂਦੀਆਂ ਨੇ। ਇਸ ਲਈ ਭਾਈ ਝੰਡੇ ਇਹ ਮਨ ਵੀ ਜਿਹੜਾ ਹੈ ਉਹ ਗੁਰੂ ਨੂੰ ਭੇਂਟ ਕਰੋ। ਤਾਂ ਪਾਤਸ਼ਾਹ ਚਲੋ ਮਨ ਚਿੱਤ ਬੁੱਧ ਤੁਹਾਡੇ ਚਰਨਾਂ 'ਚ ਭੇਂਟ ਕਰ ਦਿੱਤੇ। ਸਤਿਗੁਰਾਂ ਬਚਨ ਕਿਹਾ ਹੁਣ ਇਹ ਸੁਰਤ ਮਤ ਤੇ ਮਨ ਘੜੇ ਜਾਣਗੇ, ਇਹ ਸ਼ੁੱਧ ਹੋਣਗੇ। ਸੱਚੇ ਪਾਤਸ਼ਾਹ ਨੇ ਬਚਨ ਮਨ ਵੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਭਾਈ ਝੰਡੇ ਇਹ ਜਿਹੜਾ ਮਨ ਤੁਸੀਂ ਭੇਂਟ ਕੀਤਾ ਇਹ ਤੁਹਾਡਾ ਨਹੀਂ ਹੈ, ਇਹ ਵੀ ਪੰਜ ਤੱਤਾਂ ਤੋਂ ਅੱਗੇ ਪੈਦਾ ਹੋਇਆ। ਜਿਵੇਂ ਪੰਜ ਤੱਤ ਕੋ ਧਨ ਰਚਿਓ, ਏਦਾਂ ਮਨ ਦੇ ਵੀ ਪੰਜ ਤੱਤ ਨੇ, ਰੂਪ ਰੰਗ ਸਪਰਸ਼ ਗੰਧ। ਜਦੋਂ ਕੋਈ ਬੰਦਾ ਅੱਖਾਂ ਤੋਂ ਕੁਛ ਨਹੀਂ ਵੇਖ ਰਿਹਾ ਤਾਂ ਉਹ ਨੱਕ ਨਾਲ ਜਦੋਂ ਸੁਗੰਧੀ ਲੈਂਦਾ ਮਨ ਫਿਰ ਸੋਚਦਾ ਵੀ ਇਹ ਖੁਸ਼ਬੂ ਕਾਹਦੀ ਆ ਰਹੀ, ਦੁਰਗੰਧ ਕਾਹਦੀ ਆ ਰਹੀ। ਉਹਦਾ ਫੈਸਲਾ ਕੌਣ ਕਰਦਾ? ਮਨ। ਗੰਧ ਇਹਨੂੰ ਜਦੋਂ ਸੁਗੰਧ ਆਉਂਦੀ ਹੈ ਅੱਖਾਂ ਨਾਲ ਵੇਖ ਕੇ ਮਨ ਫਿਰ ਫੈਸਲਾ ਲੈਂਦਾ। ਸਪਰਸ਼ ਨਵੀਂ ਕੁਝ ਵੇਖੀਏ ਕਿਸੇ ਚੀਜ਼ ਨੂੰ ਹੱਥ ਨਾਲ ਸਪਰਸ਼ ਕਰਕੇ ਮਨ ਉਹਦੇ ਬਾਰੇ ਸੋਚਣ ਲੱਗ ਪੈਂਦਾ ਵੇ ਕੀ ਚੀਜ਼ ਹੈ, ਮਨ ਉਹਦੇ ਬਾਰੇ ਫੈਸਲੇ ਲੈਂਦਾ। ਇਸ ਤਰ੍ਹਾਂ ਪਾਤਸ਼ਾਹ ਨੇ ਕਿਹਾ ਮਨ ਵੀ ਜੋ ਹੈ ਉਹ ਉਹੀ ਸੋਚਦਾ ਜੋ ਅੱਖਾਂ ਨਾਲ ਵੇਖ ਰਿਹਾ, ਕੰਨਾਂ ਨਾਲ ਸੁਣ ਰਿਹਾ, ਹੱਥਾਂ ਨਾਲ ਸਪਰਸ਼ ਕਰ ਰਿਹਾ, ਨੱਕ ਨਾਲ ਸੁੰਘ ਰਿਹਾ ਹੈ ਜਾਂ ਜੀਭਾਂ ਨਾਲ ਕੋਈ ਚਖ ਰਿਹਾ ਹੈ। ਤਾਂ ਖਾਣ ਤੋਂ ਬਾਅਦ ਮਨ ਉਹਦੇ ਬਾਰੇ ਸੋਚਦਾ ਇਹ ਕੌੜਾ ਹੈ, ਮਿੱਠਾ ਹੈ, ਕੀ ਹੈ। ਸੱਚੇ ਪਾਤਸ਼ਾਹ ਨੇ ਬਚਨ ਇਹ ਸਭ ਕੁਝ ਸੁਰਤੀ ਦੀ ਤੰਦ ਨਾਲ ਜੁੜੇ ਹੋਏ ਨੇ। ਤਾਂ ਤੇ ਅੰਤ ਹੀ ਕਰਨ ਜੋ ਥਾਰੋ, ਸੋ ਅਬ ਦੇ ਕਰ ਹਿਰਦੈ ਵਿਸਾਰੋ। ਕਿਉਂਕਿ ਮਨ ਤੇ ਸੁਰਤ ਸੰਪਰਕ ਵਿੱਚ ਰਹਿੰਦੇ ਨੇ। ਜੇ ਸੁਰਤ ਵਿੱਚ ਸੰਪਰਕ ਵਿੱਚ ਹੈ ਤਾਂ ਖਾਧਾ ਹੋਇਆ ਤੁਹਾਨੂੰ ਕੌੜਾ ਮਿੱਠਾ ਕਸੈਲਾ ਲੱਗਦਾ ਹੈ। ਜੇ ਸੁਰਤੀ ਦਾ ਸੰਪਰਕ ਨਹੀਂ ਫਿਰ ਜਿਹੜੇ ਲੋਕ ਸੁਰਤੀ ਗਵਾ ਬੈਠਦੇ ਹਨ, ਕਈ ਵਾਰ ਤੁਸੀਂ ਪਾਗਲ ਬੰਦੇ ਵੇਖੋ ਉਹਨਾਂ ਨੂੰ ਕੋਈ ਰਸ ਸਵਾਦ ਦਾ ਪਤਾ ਹੀ ਨਹੀਂ ਹੈ, ਜੋ ਨਾ ਮੋਰੇ ਰੱਖੋ ਖਾਈ ਜਾ ਰਹੇ ਨੇ। ਜਿੱਥੇ ਉਹ ਬੈਠੇ ਨੇ ਉੱਥੇ ਉਹਨਾਂ ਨੂੰ ਦੁਰਗੰਧ ਸੁਗੰਧ ਕੁਛ ਵੀ ਨਹੀਂ ਆਉਂਦੀ। ਤਾਂ ਕਈ ਵਾਰ ਪਾਗਲ ਬੰਦੇ ਗੰਦਗੀ ਵਿੱਚ ਹੀ ਬੈਠੇ ਹਨ, ਉਹਨਾਂ ਦੇ ਕੱਪੜੇ ਵੀ ਲਿਬੜੇ ਹਨ, ਉਹਨਾਂ ਨੂੰ ਕੋਈ ਦੁਰਗੰਧ ਸੁਗੰਧ ਨਹੀਂ ਆ ਰਹੀ, ਕਿਉਂਕਿ ਸੁਰਤੀ ਦਾ ਸੰਪਰਕ ਮਨ ਨਾਲੋਂ ਟੁੱਟ ਗਿਆ। ਪਾਤਸ਼ਾਹ ਨੇ ਬਚਨ ਕਹਿੰਦੇ ਇਹ ਵੀ ਪੰਜ ਤੱਤਾਂ ਦਾ ਰਚਿਆ ਹੋਇਆ ਹੈ, ਸੁਰਤ ਵੀ ਗੁਰੂ ਨੂੰ ਭੇਂਟ ਕਰੋ। ਉਹਨਾਂ ਕਿਹਾ ਮਹਾਰਾਜ ਚਲੋ ਸੁਰਤ ਵੀ ਦਿੱਤੀ, ਮਹਾਰਾਜ ਹੁਣ ਬਖਸ਼ਿਸ਼ ਕਰੋ। ਸਤਿਗੁਰੂ ਬਚਨ ਕਹਿੰਦੇ ਹੁਣ ਕੀ ਬਚਿਆ ਹੈ ਤੁਹਾਡੇ ਕੋਲ? ਉਹਨਾਂ ਕਿਹਾ ਮਹਾਰਾਜ ਬਸ ਅੰਤਿਕਰਣ ਸੀ, ਇਹ ਵੀ ਹੁਣ ਤੁਹਾਨੂੰ ਭੇਂਟ ਕਰ ਦਿੱਤਾ। ਹੁਣ ਸੁਰਤ ਤੋਂ ਬਾਅਦ ਤਾਂ ਕੁਝ ਵੀ ਨਹੀਂ ਬਚਿਆ। ਸੁਰਤ ਕਰਕੇ ਹੀ ਸੰਸਾਰ ਹੈ, ਸੁਰਤ ਕਰਕੇ ਹੀ ਯਾਦ ਆਉਂਦਾ ਮੇਰਾ ਘਰ, ਪੁੱਤਰ, ਧੀਆਂ, ਪੈਸਾ, ਪਦਾਰਥ, ਸਰੀਰ। ਜੇ ਸੁਰਤ ਹੈ ਤਾਂ ਤੁਹਾਨੂੰ ਸਰੀਰ ਉੱਤੇ ਜੋ ਘਟਨਾ ਘਟ ਰਹੀ ਹੈ ਉਹਦਾ ਪਤਾ ਲੱਗ ਜਾਂਦਾ ਹੈ। ਜੇ ਸੁਰਤ ਨਾ ਹੋਵੇ ਤਾਂ ਸਰੀਰ ਉੱਤੇ ਕੀ ਹੋ ਰਿਹਾ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਦਾ। ਇਦਾਂ ਜਦੋਂ ਸੁਰਤ ਵੀ ਮਹਾਰਾਜ ਨੂੰ ਭੇਂਟ ਕਰ ਦਿੱਤੀ, ਉਹ ਕਹਿੰਦੇ ਮਹਾਰਾਜ ਹੁਣ ਤਾਂ ਕੁਝ ਵੀ ਨਹੀਂ ਬਚਿਆ ਫਿਰ ਸਾਡੇ ਕੋਲ, ਕਿਉਂਕਿ ਤੁਹਾਡਾ ਜ਼ਿੰਦਗੀ ਦਾ ਤਜਰਬਾ ਰਹੇਗਾ। ਜਿਹੜੀ ਚੀਜ਼ ਨੂੰ ਸੁਰਤ ਮਹਿਸੂਸ ਕਰ ਰਹੀ ਹੈ ਉਹਦਾ ਸਰੀਰ ਉੱਤੇ, ਮਨ ਉੱਤੇ, ਬੁੱਧ ਉੱਤੇ, ਚਿੱਤ ਉੱਤੇ ਅਸਰ ਹੁੰਦਾ ਹੈ। ਜੇ ਸੁਰਤ ਉੱਤੇ ਨਹੀਂ
ਤਾਂ ਚਿੱਤ ਕਦੇ ਉਦਾਸ ਨਹੀਂ ਹੁੰਦਾ। ਆਪਾਂ ਕਈ ਵਾਰ ਤੇ ਕਹਿੰਦੇ ਆ ਅੱਜ ਕੀ ਗੱਲ ਬਹੁਤ ਉਦਾਸ ਬੈਠੇ ਹੋ, ਕਹਿੰਦੇ ਅੱਜ ਮੇਰਾ ਚਿੱਤ ਮਨ ਬਹੁਤ ਉਦਾਸ ਹੈ, ਮਨ ਉਦਾਸ ਜਿਹਾ ਹੈ। ਕਿਉਂ? ਕਿਸੇ ਗੱਲ ਦਾ ਅਸਰ ਸੁਰਤੀ ਉੱਤੇ ਹੋ ਗਿਆ। ਜੇ ਉਸ ਗੱਲ ਦਾ ਅਸਰ ਨਾ ਹੋਵੇ ਤਾਂ ਸਾਧ ਸੰਗਤ ਨਾ ਕੋਈ ਬੰਦਾ ਉਦਾਸ ਹੁੰਦਾ ਹੈ, ਨਾ ਕੋਈ ਬੰਦਾ ਖੁਸ਼ ਹੁੰਦਾ ਹੈ, ਨਾ ਹਰਖ ਵਿੱਚ ਨਾ ਸੋਗ ਵਿੱਚ। ਖੁਸ਼ ਵੀ ਉਦੋਂ ਹੁੰਦਾ ਹੈ ਜਦੋਂ ਸੁਰਤੀ ਉਹਦੇ ਨਾਲ ਸੰਪਰਕ ਕਰਦਾ। ਨਹੀਂ ਤਾਂ ਘਟਨਾਵਾਂ ਘਟ ਰਹੀਆਂ ਨੇ ਰਸਤੇ ਵਿੱਚ, ਲੋਕ ਵਿਆਹ ਸ਼ਾਦੀ ਚੱਲ ਰਹੀ ਹੈ, ਤੁਸੀਂ ਲੰਘ ਜਾਂਦੇ ਹੋ, ਤੁਹਾਨੂੰ ਉਹਦੇ ਵਿੱਚ ਖੁਸ਼ੀ ਥੋੜੀ ਮਹਿਸੂਸ ਹੁੰਦੀ, ਕਿਉਂਕਿ ਤੁਹਾਡੀ ਉੱਥੇ ਸੁਰਤ ਹੀ ਨਹੀਂ ਹੈ। ਜਦੋਂ ਉਹਦੇ ਵਿੱਚ ਸੁਰਤ ਜਾਏਗੀ ਫਿਰ ਤੁਸੀਂ ਉੱਥੇ ਖੁਸ਼ ਹੋਵੋਗੇ। ਇੱਦਾਂ ਹੀ ਹਰ ਵਕਤ ਤੁਸੀਂ ਸੰਸਾਰ ਵਿੱਚ ਆਪਾਂ ਵਿਚਰਦੇ, ਦੁਨੀਆ ਵਿੱਚ ਕਿੰਨੇ ਦੁੱਖ ਨੇ, ਕਿੰਨੇ ਸੰਸਾਰ ਦੇ ਅੰਦਰ ਲੋਕ ਦੁਖੀ ਨੇ। ਕਿਸੇ ਨੂੰ ਵੇਖ ਕੇ ਕੌਣ ਬੰਦਾ ਦੁਖੀ ਹੁੰਦਾ? ਜਿੰਨੀ ਦੇਰ ਸੁਰਤ ਨਾਲ ਜੁੜੇ ਉਨੀ ਦੇਰ ਤੁਸੀਂ ਉਹਦਾ ਮਹਿਸੂਸ ਨਹੀਂ ਕਰ ਸਕੋਗੇ। ਰੋਜ਼ ਟੈਲੀਵਿਜ਼ਨ ਵਿੱਚ, ਅਖਬਾਰਾਂ ਵਿੱਚ, ਮੋਬਾਈਲਾਂ 'ਚ ਖਬਰਾਂ ਸੁਣਦੇ ਪੜ੍ਹਦੇ ਵੇਖਦੇ ਹੋ, ਸੈਂਕੜੇ ਲੋਕ ਸੰਸਾਰੀ ਤੌਰ ਤੇ ਕੁਝ ਹੋ ਜਾਂਦਾ ਹੈ, ਕੋਈ ਕਿਸੇ ਦੀ ਮੌਤ ਹੋ ਜਾਂਦੀ, ਕੌਣ ਖਬਰ ਪੜ੍ਹ ਕੇ ਰੋਂਦਾ? ਕਿਉਂਕਿ ਉਹਦਾ ਸੁਰਤ ਨਾਲ ਸੰਪਰਕ ਹੀ ਨਹੀਂ ਹੈ। ਜਦੋਂ ਸੁਰਤ ਨਾਲ ਸੰਪਰਕ ਹੋ ਜਾਏ ਤਦੋਂ ਉਹਦਾ ਸਰੀਰ ਉੱਤੇ ਵੀ ਅਸਰ ਹੁੰਦਾ ਹੈ। ਜੇ ਸੁਰਤ ਨਾਲ ਸੰਪਰਕ ਨਹੀਂ ਤਾਂ ਸਰੀਰ ਉੱਤੇ ਹਰਖ, ਸੋਗ, ਖੁਸ਼ੀ, ਗਮ, ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ। ਇੱਕ ਉਦਾਹਰਨ ਆਪਾਂ ਕਈ ਵਾਰ ਕਥਾ ਵਿੱਚ ਸਾਂਝੀ ਕੀਤੀ। ਕੁਝ ਖਿਡਾਰੀ ਫੁੱਟਬਾਲ ਖੇਡ ਰਹੇ ਸਨ, ਖੇਡਦਿਆਂ ਖੇਡਦਿਆਂ ਕਿਸੇ ਦੇ ਪੈਰ ਉੱਤੇ ਚੋਟ ਲੱਗੀ ਤਾਂ ਉਹਦਾ ਪੈਰ ਜਿਹੜਾ ਉਹ ਟੱਕ ਡੂੰਘਾ ਲੱਗ ਗਿਆ, ਲਹੂ ਲੁਹਾਨ ਹੋ ਗਿਆ। ਵੇਖਣ ਵਾਲੇ ਹੈਰਾਨ ਸਨ, ਪੈਰ ਲਹੂ ਲੁਹਾਨ ਹੋਇਆ ਫਿਰ ਵੀ ਇਹ ਨੌਜਵਾਨ ਖੇਡੀ ਜਾ ਰਿਹਾ ਹੈ। ਤਾਂ ਕਿਸੇ ਖਿਡਾਰੀ ਨੇ ਉਹਨੂੰ 1-2 ਮਿੰਟਾਂ ਬਾਅਦ ਦੱਸਿਆ, ਤੇਰੇ ਚੋਟ ਲੱਗ ਗਈ ਹੈ, ਪੈਰ ਉੱਤੇ ਵੇਖ। ਜਦੋਂ ਉਹਨੇ ਪੈਰ ਵੇਖਿਆ, ਉਸ ਦੀ ਸੌਕਸ, ਉਹ ਜਰਾਬ ਪਹਿਨੀ ਹੋਈ ਜਿਹੜੀ ਸੀ, ਤਾਂ ਬੂਟ ਤੇ ਜਰਾਬ ਉਹਦੇ ਉੱਤੇ ਬਲੱਡ ਲੱਗਿਆ ਹੋਇਆ ਸੀ। ਲਹੂ ਵੇਖ ਕੇ ਉਹ ਰੁਕ ਗਿਆ। ਤਾਂ ਉਸਦੇ ਪੈਰ ਵਿੱਚ ਫਿਰ ਦਰਦ ਹੋਣ ਲੱਗ ਪਿਆ, ਬੈਠ ਗਿਆ। ਉਹ ਦਰਦ ਇੰਨੀ ਵੱਧ ਗਈ ਉਹਨੂੰ ਚਲਦੀ ਗੇਮ ਵਿੱਚੋਂ ਬਾਹਰ ਹੋਣਾ ਪਿਆ। ਕਿਸੇ ਨੇ ਪੁੱਛਿਆ, ਭਾਈ ਜਦੋਂ ਤੇਰੇ ਚੋਟ ਲੱਗੀ ਉਦੋਂ ਤਾਂ ਤੈਨੂੰ ਦਰਦ ਨਹੀਂ ਹੋਇਆ, ਹੁਣ ਤਾਂ ਉਹ ਬਲੱਡ ਸੁੱਕ ਗਿਆ, ਹੁਣ ਤਾਂ ਜ਼ਖਮ ਰਹਿ ਗਿਆ, ਤਾਂ ਜਦੋਂ ਲਹੂ ਨਿਕਲ ਰਿਹਾ ਸੀ, ਖੂਨ, ਉਦੋਂ ਤੈਨੂੰ ਦਰਦ ਨਹੀਂ ਹੋਇਆ? ਉਹਨੇ ਕਿਹਾ ਉਦੋਂ ਮੈਂ ਧਿਆਨ ਹੀ ਨਹੀਂ ਦਿੱਤਾ। ਇਹਦਾ ਮਤਲਬ ਜੇ ਕਿਸੇ ਚੀਜ਼ ਵੱਲ ਧਿਆਨ ਜਾਵੇ, ਸੁਰਤ ਜਾਵੇ, ਫਿਰ ਉਹਦਾ ਸਰੀਰ ਉੱਤੇ ਅਸਰ ਹੈ। ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਰਹੀ, ਸਾਧ ਸੰਗਤ ਤੋਂ ਕੈਸੇ ਗੁਰੂ ਦੇ ਪਿਆਰੇ ਸਿੱਖ ਹੋਏ, ਬੰਦ ਕੱਟਦੇ ਰਹੇ, ਉਹਨਾਂ ਨੂੰ ਦਰਦ ਮਹਿਸੂਸ ਨਹੀਂ ਹੋ ਰਿਹਾ, ਕਿਉਂਕਿ ਸੁਰਤ ਸ਼ਬਦ ਵਿੱਚ ਚਲੀ ਗਈ। ਸੁਰਤ ਪੂਰਨ ਰੂਪ ਵਿੱਚ ਸ਼ਬਦ ਵਿੱਚ ਚਲੀ ਗਈ, ਸਰੀਰ ਉੱਤੇ ਆਰਾ ਫਿਰ ਗਿਆ, ਦਰਦ ਨਹੀਂ ਹੋ ਰਿਹਾ, ਲਹੂ ਤਾਂ ਨਿਕਲ ਰਿਹਾ, ਦੁਨੀਆ ਘਬਰਾ ਰਹੀ ਹੈ, ਪਰ ਜਿਸ ਦੇ ਸਿਰ ਉੱਤੇ ਆਰਾ ਚੱਲ ਰਿਹਾ ਹੈ ਉਹ ਬੇਖੌਫ, ਨਿਰਭਉ ਹੋ ਕੇ, ਅਡੋਲ ਹੋ ਕੇ ਬੈਠਾ। ਕਿਉਂ? ਸੁਰਤ ਸ਼ਬਦ ਵਿੱਚ ਹੈ। ਜੋ ਸਰੀਰ ਤੇ ਹੋ ਰਿਹਾ ਹੈ ਉਹ ਫਿਰ ਅਸਰ ਨਹੀਂ ਹੋਏਗਾ। ਇਹਨੂੰ ਮਹਾਰਾਜ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਉਹਦੀ ਨਜ਼ਰ ਵਿੱਚ ਸੋਨਾ ਮਿੱਟੀ ਇੱਕ ਬਰਾਬਰ ਹੈ। ਸਾਧ ਸੰਗਤ, ਇਹ ਬਹੁਤ ਕਿਰਪਾ ਬਖਸ਼ਿਸ਼ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਹੋਵੇ, ਸ਼ਬਦ ਦਾ ਅਭਿਆਸ ਹੋਵੇ, ਫਿਰ ਕਿਤੇ ਬਖਸ਼ਿਸ਼ ਨਾਲ ਇਹ ਅਵਸਥਾ ਆਉਂਦੀ ਹੈ ਕਿ ਕੰਚਨ ਮਾਟੀ ਮੰਨੈ, ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਤਿਨ ਜਗ ਤਤ ਪਛਾਨਾ। ਹਰਖ ਸੋਗ, ਖੁਸ਼ੀ, ਗਮ, ਤੰਦਰੁਸਤੀ, ਰੋਗ, ਇਹਦਾ ਅਸਰ ਹੋਣਾ ਹਟਦਾ ਹੈ। ਤਾਂ ਉਹਦੇ ਵਾਸਤੇ ਪਾਤਸ਼ਾਹ ਬਹੁਤ ਗਹਿਰਾ ਅਭਿਆਸ ਕਰਾ ਰਹੇ। ਕਹਿੰਦੇ, ਭਾਈ ਝੰਡੇ ਅੰਦਰ ਸੈਨ, ਕੀ ਗੁਰੂ ਦਕਸ਼ਨਾ ਦਿਓਗੇ? ਉਹਨਾਂ ਕਿਹਾ, ਮਹਾਰਾਜ ਪਹਿਲਾਂ ਧਨ ਜੋ ਕੋਈ ਸਾਡੇ ਕੋਲ ਜਾਇਦਾਦ ਉਹ ਦਿੱਤਾ, ਫਿਰ ਸਰੀਰ ਭੇਂਟ ਕੀਤਾ। ਮਹਾਰਾਜ ਧਨ ਵੀ ਸਾਡਾ ਨਹੀਂ, ਇਹ ਵੀ ਤੁਹਾਨੂੰ, ਮਨ ਵੀ ਸਾਡਾ ਨਹੀਂ, ਇਹ ਵੀ ਤੁਹਾਨੂੰ ਦੇ ਦਿੱਤਾ। ਸੁਰਤ, ਅੰਤਕਰਣ, ਮਤ, ਬੁੱਧ ਜਿਹੜੀ ਸੀ ਉਹ ਵੀ ਮਹਾਰਾਜ ਤੁਹਾਨੂੰ ਦੇ ਦਿੱਤੀ। ਪਾਤਸ਼ਾਹ ਨੇ ਕਿਹਾ, ਹੁਣ ਕੀ ਬਚਿਆ ਹੈ? ਕਹਿੰਦੇ, ਮਹਾਰਾਜ ਹੁਣ ਤਾਂ ਕੁਝ ਵੀ ਨਹੀਂ ਬਚਿਆ। ਸੁਰਤ ਕਰਕੇ ਸਰੀਰ ਹੈ, ਸਰੀਰ ਕਰਕੇ ਸੰਸਾਰ ਹੈ, ਸੁਰਤ ਹੀ ਤੁਹਾਨੂੰ ਦੇ ਦਿੱਤੀ, ਤਾਂ ਹੁਣ ਤਾਂ ਸਾਡਾ ਕੁਝ ਵੀ ਨਹੀਂ ਹੈ। ਸੱਚੇ ਪਾਤਸ਼ਾਹ ਨੇ ਕਹੇ, ਭਾਈ ਝੰਡੇ, ਹੁਣ ਸੁਰਤ ਵਿੱਚ ਫਿਰ ਇੱਕ ਚੀਜ਼ ਰਹਿ ਗਈ ਹੈ। ਤੁਸੀਂ ਸੋਚ ਰਹੇ ਹੋ ਚਿੱਤ ਵਿੱਚ, ਅਸੀਂ ਗੁਰੂ ਨੂੰ ਤਨ, ਮਨ, ਧਨ ਸਭ ਕੁਝ ਸੌਂਪ ਦਿੱਤਾ ਹੈ।
ਕਹਿੰਦੇ ਭਾਈ ਝੰਡੇ ਇਹ ਵੀ ਇੱਕ ਤਰ੍ਹਾਂ ਦੀ ਹਉਮੈ ਫੁਰਨਾ ਪੈਦਾ ਹੋ ਰਿਹਾ ਹੈ। ਪੁਨ ਤੁਮ ਗਿਆਨੰਦ ਸਮਾਵੋ, ਸੰਸੈ ਹੋਏ ਜੋ ਹਮੇ ਬਤਾਵੋ। ਕਹਿੰਦੇ ਜੇ ਕੋਈ ਸੰਸਾ ਹੈ ਤਾਂ ਉਹ ਦੱਸ ਦਿਓ। ਇੱਕ ਤੁਹਾਡੇ ਅੰਦਰ ਹੁਣ ਫੁਰਨਾ ਆ ਰਿਹਾ ਹੈ ਵੀ ਅਸੀਂ ਸਾਰਾ ਕੋਈ ਗੁਰੂ ਨੂੰ ਸੌਂਪ ਦਿੱਤਾ। ਪਾਤਸ਼ਾਹ ਕਹਿੰਦੇ ਇਹ ਵੀ ਗਵਾਉਣ ਹੈ। ਅਸ ਪ੍ਰਕਾਰ ਜਬ ਗੁਰ ਨੇ ਵਰਨਾ, ਅੰਤ ਕਰਨ ਸਮਰਪਿਓ ਚਰਨ। ਪਾਤਸ਼ਾਹ ਕਹਿੰਦੇ ਵੀ ਭੇਂਟ ਕਰੋ, ਈਗੋ ਸੂਖਮ ਹਉਮੈ ਨਹੀਂ ਹੋਣੀ ਚਾਹੀਦੀ ਵੀ ਮੈਂ ਤਾਂ ਸਾਰਾ ਕੁਝ ਗੁਰੂ ਨੂੰ ਦੇ ਦਿੱਤਾ। ਇਹ ਵੀ ਸਭ ਕੁਝ ਛੱਡੋ। ਸੱਚੇ ਪਾਤਸ਼ਾਹ ਦੇ ਅੱਗੇ ਬਿਲਕੁਲ ਇਸ ਤਰ੍ਹਾਂ ਅਡੋਲ ਬਹਿ ਗਏ। ਮਹਾਰਾਜ ਹੁਣ ਤੁਹਾਡੇ ਹੱਥ ਹੈ। ਅੱਗੇ ਫਿਰ ਪਾਤਸ਼ਾਹ ਨੇ ਕਿਰਪਾ ਕੀਤੀ। ਜਬ ਧਨ ਤਨ ਮਨ ਦੀਨ ਚੜਾਈ, ਨਾਨਕ ਜੀ ਤਬ ਗਿਰਾ ਲਾਈ। ਜਦੋਂ ਤਨ ਮਨ ਧਨ ਨਹੀਂ ਸਾਰਾ ਕੁਝ ਸੁਰਤ ਮਤ ਮਨ ਬੁੱਧ ਗੁਰੂ ਨੂੰ ਸੌਂਪ ਦਿੱਤੀ। ਫਿਰ ਪਾਤਸ਼ਾਹ ਇਸ ਤਰ੍ਹਾਂ ਬੋਲੇ, ਜੋ ਸੰਸਾ ਅਬ ਤੁਮ ਉਰ ਮਾਹੀ, ਕਹੋ ਲਿਓ ਤਰ ਸਭ ਤਾਹੀ। ਪਾਤਸ਼ਾਹ ਨੂੰ ਹਜ਼ੂਰ ਪੁੱਛਦੇ ਦੱਸੋ ਕੋਈ ਸੰਸਾ ਹੈ, ਕੋਈ ਹੁਣ ਫੁਰਨਾ ਆ ਰਿਹਾ ਹੈ, ਕੋਈ ਵਿਚਾਰ ਆ ਰਹੀ ਮਨ ਵਿੱਚ? ਕਹਿੰਦੇ ਨਹੀਂ ਮਹਾਰਾਜ, ਕੁਛ ਵੀ ਨਹੀਂ ਆ ਰਿਹਾ। ਮਨ ਦੇ ਅੰਦਰ ਕੁਛ ਨਹੀਂ ਹੈ। ਸੁਰਤ ਵੀ ਤੁਹਾਡੀ, ਮਨ ਵੀ ਤੁਹਾਡਾ, ਅੰਤਕਰਨ ਬੁੱਧ ਚਿੱਤ ਸਭ ਕੁਝ ਤੁਹਾਡਾ। ਮਹਾਰਾਜ ਸਾਡਾ ਕੁਛ ਵੀ ਨਹੀਂ ਹੈ। ਜਦੋਂ ਬਿਲਕੁਲ ਖਾਲੀ ਹੋ ਗਏ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਫਿਰ ਪਿਆਰ ਵਿੱਚ ਬੋਲੇ, ਕਹਿੰਦੇ ਹੁਣ ਘੜਿਆ ਜਾਏਗਾ। ਕਿਉਂਕਿ ਸਾਧ ਸੰਗਤ ਕਿਸੇ ਚੀਜ਼ ਨੂੰ ਬਣਾਉਣਾ ਹੋਵੇ, ਦੁਆਰਾ ਸਵਾਰਨਾ ਹੋਵੇ ਤਾਂ ਉਹ ਕਾਰੀਗਰ ਕਹਿੰਦਾ ਭਾਈ ਇਹ ਚੋਂ ਜੇ ਕੋਈ ਕੀਮਤੀ ਹੋਰ ਕੋਈ ਸਮਾਨ ਉਹ ਕੱਢ ਲਓ। ਕਿਉਂਕਿ ਫਿਰ ਕਾਰੀਗਰ ਦੇ ਹਵਾਲੇ ਦੇ ਦਿੱਤਾ ਨਾ ਤੁਸੀਂ। ਕੋਈ ਕੁੜਤਾ ਕੋਈ ਸੂਟ ਠੀਕ ਕਰਾਉਣਾ ਹੈ, ਉਹ ਕਹਿੰਦੇ ਭਾਈ ਇਹਦੀਆਂ ਜੇਬਾਂ ਚੰਗੀ ਤਰ੍ਹਾਂ ਚੈੱਕ ਕਰ ਲਓ, ਵਿੱਚ ਤੇ ਨਹੀਂ ਕੁਝ ਹੈ, ਉਹਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਪਾਤਸ਼ਾਹ ਨੇ ਜਦੋਂ ਤਨ ਮਨ ਧਨ ਸਿਰ ਸੁਰਤ ਚਿੱਤ ਮਨ ਬੁੱਧ ਸਭ ਕੁਝ ਉਹਨਾਂ ਤੋਂ ਲੈ ਲਿਆ। ਫਿਰ ਪਾਤਸ਼ਾਹ ਨੇ ਕਿਹਾ ਹੁਣ ਘੜੇ ਜਾਓਗੇ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾ ਸਿੱਧਾ ਕੀ ਸੁਧ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਉੱਚੀ ਆਵਾਜ਼ ਵਿੱਚ ਕਿਹਾ, ਹੁਣ ਜਪੋ ਇੱਕ ਓੰਕਾਰ ਸਤਿਨਾਮ, ਇੱਕ ਓੰਕਾਰ ਸਤਿਨਾਮ। ਸਾਡੇ ਜਪੋ ਇੱਕ ਓੰਕਾਰ ਸਤਿਨਾਮ, 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 ਇੱਕ ਓੰਕਾਰ ਸਤਿਨਾਮ। ਜਦੋਂ ਪਾਤਸ਼ਾਹ ਨੇ ਇਸ ਤਰ੍ਹਾਂ ਉਹਨਾਂ ਨੂੰ ਜਪਾਇਆ, ਉਹਨਾਂ ਦੀ ਸੁਰਤ ਸ਼ਬਦ ਵਿੱਚ ਚਲੀ ਗਈ। ਅੰਦਰ ਦਾ ਨਿਜ ਰੂਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਜੁੜ ਗਿਆ। ਹੁਣ ਨਿਜ ਰੂਪ ਉੱਥੇ ਦਰਸ਼ਨ ਹੋਏ ਜਿਹਨੂੰ ਹਜ਼ੂਰ ਬਾਣੀ ਅੰਦਰ ਕਹਿਣਗੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ,
ਗੁਰਮਤਿ ਰੰਗ ਮਾਣ। ਕਿਉਂਕਿ ਸਰੀਰ ਤਾਂ ਸੰਸਾਰ ਤੋਂ ਪੈਦਾ ਹੋਇਆ, ਸਰੀਰ ਤਾਂ ਮਾਂ ਪਿਓ ਤੋਂ ਉਤਪੰਨ ਹੋਇਆ ਹੈ, ਸਰੀਰ ਸੰਸਾਰ ਵਿੱਚ ਹੀ ਰਹਿ ਜਾਏਗਾ। ਜਿਹੜੀ ਜੋਤ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਈ, ਉਹੀ ਜੋਤ ਹੁਣ ਰਹਿ ਗਈ। ਸੱਚੇ ਪਾਤਸ਼ਾਹ ਨੇ ਬੜੇ ਪਿਆਰ ਨਾਲ ਫਿਰ ਬਖਸ਼ਿਸ਼ ਕੀਤੀ। ਕਹਿੰਦੇ ਦੱਸੋ ਭਾਈ, ਹੁਣ ਅੰਤ ਕਰਨ ਸਰੂਪ ਦੇ ਤੁਹਾਨੂੰ ਦਰਸ਼ਨ ਹੋ ਰਹੇ ਹਨ। ਇਸ ਤਰ੍ਹਾਂ ਪਾਤਸ਼ਾਹ ਨੇ ਸਭ ਸੰਕਲਪ ਵਿਕਲਪ ਖਤਮ ਕਰ ਦਿੱਤੇ। ਅੰਤ ਹੀ ਕਰਨ ਸਰੂਪ ਜੁਚਾਰੋ, ਸੋ ਦੇ ਡਾਰੇ ਹਿਰਦੈ ਬਿਸਾਰੋ। ਭਾਈ ਸੰਤੋਖ ਸਿੰਘ ਲਿਖਦੇ ਉਸ ਅੰਤఃਕਰਣ ਨਿਜ ਰੂਪ ਦਾ, ਮਨ ਤੋਂ ਜੋਤ ਸਰੂਪ ਦਾ ਜਿਹੜਾ ਸਰੂਪ ਸੀ, ਉਹ ਚਾਰੋਂ ਦਾ ਅਰਥ ਹੈ ਬਹੁਤ ਸੁੰਦਰ, ਉਪਮਾ ਰਹਿਤ। ਉੱਥੇ ਕੋਈ ਗਮ ਨਹੀਂ ਹੈ। ਦੁਨੀਆ ਇੰਨੀ ਵਿਸ਼ਾਲ ਹੋ ਗਈ, ਐ ਮਹਿਸੂਸ ਹੋਇਆ ਬਹੁਤ ਵੱਡੇ ਵਿਸ਼ਾਲ ਸਾਗਰ ਵਿੱਚ ਆ ਗਏ। ਬਹੁਤ ਦੂਰ ਦੂਰ ਤੱਕ ਹੋਰ ਕੁਝ ਵੀ ਨਹੀਂ ਨਜ਼ਰ ਆ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਇਸ ਤਰ੍ਹਾਂ ਸੁਰਤ ਜੋੜ ਦਿੱਤੀ, ਸੰਦੇਹ ਸ਼ੰਕੇ ਮੁੱਕ ਗਏ। ਭਾਈ ਸੰਤੋਖ ਸਿੰਘ ਲਿਖਦੇ, ਉਦੋਂ ਫਿਰ ਉਸ ਭਾਈ ਇੰਦਰ ਸੈਨ ਤੇ ਭਾਈ ਝੰਡੇ ਦੀ ਸੁਰਤ ਜਿਹੜੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਵਿੱਚ ਨਿਜ ਸਰੂਪ ਵਿੱਚ ਟਿਕ ਗਈ। ਫਿਰ ਇੱਕ ਦੋ ਘੜੀਆਂ ਨਹੀਂ, ਭਾਈ ਸੰਤੋਖ ਸਿੰਘ ਲਿਖਦੇ 3 ਪਹਿਰ ਉਹ ਚੌਂਕੜਾ ਮਾਰ ਕੇ ਵੇ ਸੁਰਤ ਬੈਠੇ ਰਹੇ। ਇਨ ਤੇ ਪਰੇ ਜੁ ਵੈ ਸੰਦੇਹੂ, ਕੋ ਹਮ ਸੋ ਉਤਰ ਅਬ ਲੇਹੂ। ਤਾਂ ਬਾਦਸ਼ਾਹ ਫਿਰ ਬਹੁਤ ਧੀਮੀ ਆਵਾਜ਼ ਵਿੱਚ ਉਹਨਾਂ ਨੂੰ ਪੁੱਛਦੇ, ਦੱਸੋ ਭਾਈ ਕੋਈ ਸੰਸਾ ਹੋਵੇ, ਕੋਈ ਉੱਤਰ ਲੈਣਾ ਚਾਹੁੰਦੇ ਹੋ, ਕੋਈ ਸਵਾਲ ਹੈ? ਤਾਂ ਉਹਨਾਂ ਦੇ ਸਵਾਲ ਹੀ ਮੁੱਕ ਗਏ। ਕਿਉਂਕਿ ਸਵਾਲ ਤਾਂ ਮੰਨਦੇ ਨੇ ਨਾ, ਸਵਾਲ ਤਾਂ ਤਨ ਦੇ ਆਪਣੇ, ਵੀ ਤਨ ਇਸ ਤਰ੍ਹਾਂ ਹੈ ਜੀ, ਦੁਖੀ ਬਹੁਤ ਹਾਂ ਜੀ, ਆਹ ਬਹੁਤ ਹੈ ਜੀ। ਇਹ ਤਾਂ ਮਨ ਜਿੰਨੀ ਦੇਰ ਸੰਸਾਰ ਨਾਲ ਜੁੜਿਆ ਉਨੀ ਦੇਰ ਸਵਾਲ ਹੈ। ਸੰਸਾਰ ਨਾਲੋਂ ਟੁੱਟ ਜਾਓ, ਸਵਾਲ ਖਤਮ ਹੋ ਜਾਂਦੇ। ਸਵਾਲ ਹੀ ਉਨੀ ਦੇਰ ਹੈ ਜਿੰਨੀ ਦੇਰ ਆਪਣਾ ਮਨ ਸੰਸਾਰ ਨਾਲ ਜੁੜਿਆ ਹੋਇਆ। ਸੰਸਾਰ ਨਾਲੋਂ ਟੁੱਟ ਜਾਓਗੇ, ਸਭ ਸਵਾਲ ਖਤਮ ਹੋ ਜਾਂਦੇ। ਮੁਰਦੇ ਦਾ ਕੋਈ ਸਵਾਲ ਹੀ ਨਹੀਂ ਹੈ, ਮੁਰਦੇ ਦਾ ਕਿਸੇ ਨਾਲ ਕੋਈ ਰੋਸ ਇਤਰਾਜ਼ ਹੀ ਨਹੀਂ ਹੈ, ਮੁਰਦੇ ਬੰਦੇ ਦਾ ਕੋਈ ਝਗੜਾ ਹੀ ਨਹੀਂ ਕਿਸੇ ਨਾਲ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸੁਰਤ ਕਰਕੇ ਅੰਤ ਕਰਨ ਕਰਕੇ ਐ ਸੰਸਾਰ ਵੱਲੋਂ ਮੁਰਦਾ ਕਰ ਦਿੱਤਾ। ਉਹਨਾਂ ਦਾ ਕੋਈ ਸਵਾਲ ਨਹੀਂ ਸੀ, ਕੋਈ ਸ਼ੰਕਾ ਸੰਦੇਹ ਨਹੀਂ ਸੀ। ਭਾਈ ਸੰਤੋਖ ਸਿੰਘ ਲਿਖਦੇ, ਟਿਕ ਗਈ ਬ੍ਰਿਤ ਸਮਾਦ ਲਗਾਈ, ਭਇਓ ਵਦੇ ਨ ਸੁਧ ਅਵਤਾਈ। ਵਦੇ ਹੋ ਗਏ, ਦੇਹ ਤੋਂ ਰਹਿਤ ਹੋ ਗਏ, ਕੋਈ ਸੁਧ ਨਾ ਰਹੀ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਉਹ ਸਾਧ ਸੰਗਤ 3 ਪਹਿਰ ਇਸੇ ਤਰ੍ਹਾਂ ਬੈਠੇ ਰਹੇ। 3 ਪਹਿਰ ਦਾ ਅਰਥ ਹੁੰਦਾ ਹੈ ਵੀ 9 ਘੰਟੇ ਗੁਜ਼ਰ ਗਏ। ਜਿਉਂ ਸ਼ਾਮ ਦੀ ਸੁਰਤ ਲੱਗੀ, ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ। 3 ਪਹਿਰ 9 ਘੰਟੇ ਜਿੱਥੇ ਬੈਠੇ ਸਨ ਉੱਥੇ ਹੀ ਵਧੇ ਬੈਠੇ ਰਹੇ। ਦੋਨੋਂ ਬੈਠੇ ਹੋਏ ਅਡੋਲਾ, ਸੁਖ ਆਤਮ ਕੈ ਪਏ ਅਮੋਲਾ। ਕਹਿੰਦੇ ਅਮੁੱਲ ਆਤਮਾ ਦਾ ਸੁਖ ਪਾਇਆ, ਜਿਹਦਾ ਕੋਈ ਮੁੱਲ ਨਹੀਂ ਹੈ, ਜਿਹੜਾ ਪੈਸੇ ਨਾਲ ਜਾਂ ਹੋਰ ਕਿਸੇ ਚਤਰਾਈ ਨਾਲ, ਗਿਆਨ ਨਾਲ, ਕਿਸੇ ਚੀਜ਼ ਨਾਲ ਮਿਲਦਾ ਹੀ ਨਹੀਂ ਹੈ। ਨਾ ਉਹ ਬਹੁਤ ਪੜ੍ਹਨ ਨਾਲ ਮਿਲਦਾ ਹੈ, ਨਾ ਗਿਆਨ ਨਾਲ ਮਿਲਦਾ ਹੈ। ਉਹ ਤਾਂ ਗੁਰੂ ਦੀ ਕਿਰਪਾ ਬਖਸ਼ਿਸ਼ ਹੋ ਗਈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ ਮੁੱਲ ਭੰਡਾਰ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਇਸ ਤਰ੍ਹਾਂ 9 ਘੰਟੇ 3 ਪਹਿਰ ਗੁਜ਼ਰ ਗਏ। 3 ਪਹਿਰ ਬੀਤੇ ਇਸ ਪਾਤੀ, ਰਹਿ ਗਈ ਇੱਕ ਜਾਮ ਜਬ ਰਾਤੀ। ਜਦੋਂ ਇੱਕ ਜਾਮ ਭਾਵ 1-2 ਘੜੀਆਂ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ। ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉੱਠ ਖਲੋਤੇ। ਪਾਤਸ਼ਾਹ ਨੇ ਵੇਖਿਆ ਜੇ ਵੀ ਸੁਰਤ ਲੱਗੀ ਹੋਈ ਹੈ, ਸਮਾਧੀ ਲੀਨ ਹਨ, ਵੇਦੇ ਬੈਠੇ ਹਨ, ਨਾ ਭੁੱਖ ਨਾ ਪਿਆਸ ਨਾ ਸੰਸਾਰ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਉੱਠੇ। ਫਿਰ ਪਾਤਸ਼ਾਹ ਨੇ ਉਹਨਾਂ ਦੀ ਸੁਰਤ ਦੁਆਰਾ ਸਰੀਰ ਵਿੱਚ ਲਿਆਉਣ ਲਈ ਇਸ ਤਰ੍ਹਾਂ ਆਖਿਆ, ਉੱਠ ਕਰ ਕੀਨੋ ਗੁਰੂ ਇਸ਼ਨਾਨਾ, ਬੋਹਰੋ ਸ਼੍ਰੀ ਸੂਰਜ ਪ੍ਰਗਟਾਨਾ। ਤਾਂ ਪਾਤਸ਼ਾਹ ਨੇ ਪਹਿਲਾਂ ਉੱਠ ਕੇ ਇਸ਼ਨਾਨ ਕੀਤਾ। ਜਿਹੜਾ ਜਲ ਹਜ਼ੂਰ ਜਿੱਥੇ ਜਲ ਦੇ ਨਜ਼ਦੀਕ ਸਨ, ਉੱਥੋਂ ਪਾਤਸ਼ਾਹ ਇਸ਼ਨਾਨ ਕਰਕੇ ਆਏ। ਵੇਖਿਆ ਸਮਾਧੀ ਲੀਨ ਹਨ।
ਫਿਰ ਪਾਤਸ਼ਾਹ ਨੇ ਕੋਲ ਬੈਠ ਕੇ ਉੱਚੀ ਆਵਾਜ਼ ਵਿੱਚ ਸਤ ਕਰਤਾਰ ਕਹਿ ਕੇ ਫਿਰ ਅਲਾਪ ਦਿੱਤਾ। ਇੱਕ ਓੰਕਾਰ ਸਤਿਨਾਮ, ਇੱਕ ਓੰਕਾਰ ਸਤਿਨਾਮ। ਜਦੋਂ ਪਾਤਸ਼ਾਹ ਨੇ ਇਸ ਤਰ੍ਹਾਂ ਜਪਾਇਆ ਫਿਰ ਉਹਨਾਂ ਦੀ ਸੁਰਤ ਸਰੀਰ ਵਿੱਚ ਆ ਗਈ, ਕਿਉਂਕਿ ਜਿਹੜੀ ਸਮਾਧੀ ਵਿੱਚ ਉਹ ਬੈਠੇ ਸਨ ਉੱਥੇ ਸ਼ਬਦ ਹੀ ਨਹੀਂ ਹੈ ਕੋਈ। ਤੁਸੀਂ ਹੈਰਾਨ ਹੋਵੋਗੇ ਜਦੋਂ ਸੁਰਤ ਸ਼ਬਦ ਵਿੱਚ ਇਕਾਗਰ ਹੋ ਕੇ ਸਮਾਧੀ ਲੀਨ ਹੁੰਦੀ ਹੈ, ਉੱਥੇ ਕੋਈ ਸ਼ਬਦ ਨਹੀਂ ਹੈ, ਨਾ ਵਾਹਿਗੁਰੂ, ਨਾ ਰਾਮ, ਨਾ ਅੱਲਾ, ਰੱਬ ਦਾ ਕੋਈ ਨਾਮ ਹੀ ਨਹੀਂ ਹੈ ਉੱਥੇ। ਉੱਥੇ ਸਿਰਫ ਤਾਂ ਸਿਰਫ ਨਿਜ ਰੂਪ ਮਨ ਤੂੰ ਜੋਤ ਸਰੂਪ ਹੈ, ਸੁਨ ਹੈ, ਹੋਰ ਉੱਥੇ ਕੋਈ ਸ਼ਬਦ ਕੋਈ ਨਾਮ ਨਹੀਂ ਹੈ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਵੀ ਬਿਆਨ ਕੀਤਾ ਹੈ, ਕਿਤੇ ਸਤਿਗੁਰੂ ਨਦਰ ਕਿਰਪਾ ਕਰਨ ਆਪਾਂ ਇਸ ਰਸ ਦੀ ਝਲਕ ਮਾਣ ਸਕੀਏ। ਪਾਤਸ਼ਾਹ ਨੇ ਬਚਨ ਕਹੇ 52 ਅਸ਼ਰ ਲੋਕ ਤਰੈ ਸਭ ਕੁਛ ਇਨਹੀ ਮਾਹੇ। ਸੰਸਕ੍ਰਿਤ ਦੇ 52 ਅੱਖਰ ਨੇ, ਉਹਦੋਂ ਵਿੱਚੋਂ ਲੋਕਾਂ ਨੇ ਨਾਮ ਰੱਖੇ ਨੇ। ਕੋਈ ਰਾਰੇ ਨੂੰ ਕੰਨਾ ਮੰਮਾ ਰਾਮ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਗੋਬਿੰਦ, ਕੋਈ ਗੋਪਾਲ, ਕੋਈ ਬਿਠਲ, ਅੱਖਰਾਂ ਦਾ ਬਣਿਆ ਹੋਇਆ। ਤਾਂ ਮਹਾਰਾਜ ਕਹਿੰਦੇ ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਇਨ ਮੈਂ ਨਾਹੇ। ਇਹ ਸਾਰੇ ਅੱਖਰ ਜਦੋਂ ਉੱਥੇ ਪਹੁੰਚ ਜਾਂਦੇ, ਉੱਥੇ ਸਿਰਫ ਸਮਾਧੀ ਲੀਨ ਹੈ, ਇਕਾਗਰ ਹੈ, ਸੁਨ ਹੈ, ਉੱਥੇ ਕੁਝ ਵੀ ਨਹੀਂ ਹੈ, ਉੱਥੇ ਕੋਈ ਸ਼ਬਦ ਨਹੀਂ। ਉਹ ਪਰਾ ਪੂਰਬਲਾ ਉਹਦਾ ਸਤਨਾਮ ਜਿਹੜਾ ਸਦਾ ਹੀ ਸਤ ਹੈ, ਉਹਦੇ ਵਿੱਚ ਸੁਰਤ ਟਿਕ ਜਾਂਦੀ। ਫਿਰ ਤਾਂ ਇਸ ਤਰ੍ਹਾਂ ਸਮਾਧੀ ਲੱਗ ਜਾਂਦੀ। ਜੇ ਕਦੇ ਅਭਿਆਸ ਹੋਵੇ ਤਾਂ ਸਾਧ ਸੰਗਤ ਤੁਸੀਂ ਬੈਠੇ ਹੋ ਚੁੱਪ, ਤਾਂ ਉਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੋਏਗਾ ਜੇ ਤੁਸੀਂ ਬੈਠਿਆਂ ਆਪਣੇ ਲਿਪਸ ਬੁੱਲ ਜਿਹੜੇ ਉਹ ਵੀ ਜੇ ਖੁੱਲੋ ਨਾ ਸਾਹ ਲੈਣ ਲਈ, ਐਂ ਲੱਗਦਾ ਵੀ ਸੁਰਤ ਟੁੱਟ ਜਾਏਗੀ। ਤਾਂ ਉੱਥੇ ਤਾਂ ਬਿਲਕੁਲ ਇਕਾਗਰ ਹੈ, ਉੱਥੇ ਕੋਈ ਸ਼ਬਦ ਹੀ ਨਹੀਂ ਬੋਲਣਾ। ਹੁਣ ਪਾਤਸ਼ਾਹ ਨੇ ਕਈ ਘੰਟਿਆਂ ਬਾਅਦ 3 ਪਹਿਰ 1 ਜਾਮ ਤੋਂ ਬਾਅਦ ਫਿਰ ਪਾਤਸ਼ਾਹ ਨੇ ਉਹਨਾਂ ਦੀ ਸੁਰਤ ਸਰੀਰ ਵਿੱਚ ਲਿਆਂਦੀ, ਤਾਂ ਉੱਚੀ ਆਵਾਜ਼ ਵਿੱਚ ਫਿਰ ਇਸ ਤਰ੍ਹਾਂ ਜਪਾਇਆ, ਤਾਂ ਉਹਨਾਂ ਦੀ ਸੁਰਤ ਫਿਰ ਸ਼ਬਦ ਜਪਣ ਲੱਗ ਪਈ। ਫਿਰ ਕਿੰਨੇ ਘੰਟਿਆਂ ਬਾਅਦ ਹੁਣ ਸਰੀਰ ਸੁਰਤ ਵਿੱਚ ਆਈ। ਹੁਣ ਦੁਨੀਆ ਬਦਲ ਚੁੱਕੀ ਸੀ। ਹੈਰਾਨ ਸਨ ਮਹਾਰਾਜ, ਇੰਨਾ ਵਕਤ ਅਸੀਂ ਕਿਹੜੀ ਦੁਨੀਆ ਵਿੱਚ ਰਹੇ ਹਾਂ। ਤਿਨੇ ਬੁਲਾਏ ਸਮਾਦ ਛੁਟਾਈ, ਮਿਰਦਰ ਗਿਰਾ ਬੋਲੇ ਜਗ ਸਾਈ। ਫਿਰ ਪਾਤਸ਼ਾਹ ਬਹੁਤ ਮਿੱਠੇ ਸ਼ਬਦਾਂ 'ਚ ਬੋਲੇ। ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਦੀ ਸੁਰਤ ਸਰੀਰ 'ਚ ਆ ਗਈ, ਉਹ ਨਿਹਾਲ ਹੋ ਗਏ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਪੜੋ ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ। ਜਦੋਂ ਨਿਹਾਲ ਹੋ ਗਏ ਫਿਰ ਪਾਤਸ਼ਾਹ ਬੋਲੇ ਇੰਦਰ ਸੈਨ ਮੰਜੀ ਅਬ ਲੀਜੈ, ਪੁਰਖੋਂ ਗੁਰ ਹੋਇ ਰਹਿਣ ਕਰੀਜੈ। ਇੰਦਰ ਸੈਨ ਬਈ ਤੈਨੂੰ ਹੁਣ ਮੰਜੀ ਬਖਸ਼ੀ, ਤੂੰ ਸਾਰੇ ਨਗਰ ਦਾ ਗੁਰੂ ਹੋਇਆ। ਹੁਣ ਤੂੰ ਇਹ ਜੁਗਤ ਸਾਰੇ ਸੰਸਾਰ ਦੇ ਹੋਰ ਲੋਕਾਂ ਨੂੰ ਸਿਖਾਉਣੀ। ਗੁਰੂ ਬਣ ਕੇ ਇਸ ਇਲਾਕੇ ਵਿੱਚ ਤੂੰ ਲੋਕਾਂ ਨੂੰ ਇਹ ਰੱਬ ਦਾ ਉਪਦੇਸ਼ ਦੇਣਾ ਹੈ। ਹਾਥ ਬੰਦ ਦਵੈ ਬਿਨੈ ਬਖਾਨੀ, ਪੋਕਰ ਤਾਰ ਰੂਪ ਗੁਣ ਖਾਨੀ। ਦੋਵਾਂ ਜਣਿਆਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ। ਇੰਦਰ ਸੈਨ ਹੱਥ ਜੋੜ ਕੇ ਬੋਲਿਆ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਹੇ ਕਰਤਾਰ ਗੁਣਾਂ ਦੀ ਖਾਨ, ਅਬ ਮੁਝ ਰਹੀ ਨਾ ਲਾਲ ਸੈਸੀ, ਆਏ ਸੇ ਆਪ ਕਰਤ ਹੈ ਜੈਸੀ। ਮਹਾਰਾਜ ਹੁਣ ਕੋਈ ਲਾਲਸਾ ਨਹੀਂ ਹੈ ਇਦਾਂ ਦੀ, ਮੈਂ ਕੁਝ ਬਣਾ ਮਹਾਰਾਜ ਨਹੀਂ, ਹੁਣ ਤਾਂ ਮੈਂ ਛੁਪਣਾ ਹੈ। ਮਹਾਰਾਜ ਹੁਣ ਤਾਂ ਇੱਥੇ ਰਹਿਣ ਦਿਓ, ਹੁਣ ਤਾਂ ਸਭ ਕੁਝ ਖਤਮ ਹੋ ਗਿਆ। ਮਹਾਰਾਜ ਹੁਣ ਮੇਰੀ ਕੋਈ ਲਾਲਸਾ ਨਹੀਂ, ਮੈਂ ਕੁਝ ਬਣਾ, ਮੈਨੂੰ ਕੋਈ ਵੇਖੇ, ਮੈਨੂੰ ਕੋਈ ਸੁਣੇ। ਪਾਤਸ਼ਾਹ ਕਿਰਪਾ ਕਰੋ, ਹੁਣ ਇਹ ਲਾਲਸਾ ਨਹੀਂ ਹੈ ਕਿ ਮੈਂ ਕੋਈ ਗੁਰੂ ਬਣਾ, ਕੋਈ ਸੇਵਕ ਬਣਾ, ਹੁਣ ਤਾਂ ਕੁਝ ਵੀ ਨਹੀਂ ਹਾਂ। ਤੀਨ ਕਾਲ ਜਗ ਜਾਨੋ ਨਾਹੀ,
ਜਿਉ ਸਮਾਮਤਾ ਕਜਲ ਮਾਹੀ। ਕਹਿੰਦੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰੋ, ਇਹ ਤਿੰਨ ਕਾਲ ਹੁਣ ਜਾਣ ਲਿਆ ਮਹਾਰਾਜ, ਸਾਰਾ ਕੁਝ ਕੱਜਲ ਹੈ, ਭਾਵ ਸਭ ਕੁਝ ਸਵਾਹ ਹੈ, ਸੰਸਾਰ ਕੁਝ ਵੀ ਨਹੀਂ ਹੈ। ਮਹਾਰਾਜ ਤੁਸੀਂ ਕਿਰਪਾ ਕੀਤੀ, ਹੁਣ ਤਾਂ ਐ ਸੁਰਤੀ ਨੂੰ ਲੱਗਦਾ ਸੰਸਾਰ ਸਭ ਕੁਝ ਖਾਲੀ ਹੈ, ਇਹ ਸਾਰਾ ਸੰਸਾਰ ਕੱਜਲ ਦੀ ਕੋਠੜੀ ਹੈ। ਸਰਬਮਈ ਪਰਮਾਤਮ ਏਕਾ, ਪਾਵਾਂ ਤੁਮ ਤੇ ਐਸ ਬਿਬੇਕਾ। ਕਹੇ ਮਹਾਰਾਜ ਹੁਣ ਤੁਸੀਂ ਕਿਰਪਾ ਕਰ ਦਿੱਤੀ, ਇਦਾਂ ਮਹਿਸੂਸ ਹੁੰਦਾ ਵੀ ਸਾਰਾ ਜਗਤ ਹੀ ਰੱਬ ਹੈ। ਦੇਖੋ ਦੋ ਚੀਜ਼ਾਂ ਮਹਿਸੂਸ ਹੋ ਰਹੀ, ਇੱਕ ਪੰਕਤੀ ਵਿੱਚ ਕਹਿ ਰਹੇ ਨੇ ਵੀ ਸਾਰਾ ਜਗਤ ਜਿਹੜਾ ਉਹ ਸ਼ਾਮਤਾ ਹੈ, ਕੱਜਲ ਦੀ ਕੋਠੜੀ ਹੈ। ਦੂਜੇ ਪਾਸੇ ਕਹਿ ਰਹੇ ਐ ਮਹਿਸੂਸ ਹੁੰਦਾ ਜਿਵੇਂ ਸਾਰਾ ਹੀ ਰੱਬ ਹੈ। ਇਹ ਬਹੁਤ ਵੱਖਰੀ ਅਵਸਥਾ ਹੈ, ਜਿੱਥੇ ਤੁਹਾਨੂੰ ਸਭ ਕੁਝ ਝੂਠ ਵੀ ਨਜ਼ਰ ਆਉਂਦਾ ਹੈ, ਸਭ ਕੁਝ ਸੱਚ ਵੀ ਨਜ਼ਰ ਆਉਂਦਾ। ਸਾਰਾ ਜਗਤ ਸੰਸਾਰ ਕਾਲਖ ਦੀ ਕੋਠੜੀ ਤੇ ਸਾਰਾ ਜਗਤ ਫਿਰ ਤੁਹਾਨੂੰ ਰੱਬ ਨਜ਼ਰ ਆਉਣ ਲੱਗ ਪਏ। ਪਾਤਸ਼ਾਹ ਨੇ ਜਪਜੀ ਸਾਹਿਬ ਅੰਦਰ ਬਚਨ ਕਹੇ, ਜਦੋਂ ਬੰਦੇ ਦੀ ਸੁਰਤ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਇਸ ਅਵਸਥਾ ਨੂੰ ਟੱਚ ਹੁੰਦੀ ਹੈ। ਉਸ ਤੋਂ ਬਾਅਦ ਫਿਰ ਸਮਝ ਆਉਂਦਾ ਮੈਂ ਇਕੱਲਾ ਥੋੜੀ ਜਪ ਰਿਹਾ, ਮੈਂ ਇਕੱਲਾ ਥੋੜੀ ਸੇਵਾ ਕਰ ਰਿਹਾ, ਮੈਂ ਇਕੱਲਾ ਹੀ ਥੋੜੀ ਹਾਂ ਜਿਹੜਾ ਦਾਨ ਪੁੰਨ ਜਪ ਤਪ ਪੂਜਾ ਪਾਠ ਕਰ ਰਿਹਾ, ਸਾਰੀ ਦੁਨੀਆ ਕਰ ਰਹੀ, ਸਾਰੇ ਸੰਸਾਰ ਦੇ ਲੋਕ ਗਿਣਤੀ ਨਹੀਂ ਹੈ ਕਿੰਨੀ ਦੁਨੀਆ ਜਪ ਤਪ ਕਰ ਰਹੀ। ਇਸ ਤਰ੍ਹਾਂ ਦੇ ਸੱਜਣ ਸਾਨੂੰ ਮਿਲਦੇ ਰਹਿੰਦੇ ਨੇ, ਜਿਹਨਾਂ ਨੂੰ ਸਾਧ ਸੰਗਤ 30-30 ਸਾਲ ਹੋ ਗਏ ਜ਼ਿੰਦਗੀ ਦੇ, ਉਹ 12 ਵਜੇ ਤੋਂ ਬਾਅਦ ਸੌਏ ਨਹੀਂ ਹੈ। ਸਾਡੀ ਤਾਂ ਨੀਂਦ ਹੀ 12 ਵਜੇ ਸ਼ੁਰੂ ਹੁੰਦੀ। ਅਸੀਂ ਕਲਯੁਗੀ ਲੋਕ, ਸੁਣਦੇ ਹੀ ਲੋਕ, ਖਾ ਪੀ ਕੇ 11-12 ਵਜੇ 1 ਵਜੇ। ਉਹ ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ 12 ਵਜੇ ਤੋਂ ਬਾਅਦ ਸੌਂਦੇ ਨਹੀਂ ਹੈ। ਕਿੰਨੀ ਬੰਦਗੀ, ਕਿੰਨਾ ਸਿਮਰਨ, ਕਿੰਨਾ ਨਿਤਨੇਮ। ਤਾਂ ਪਾਤਸ਼ਾਹ ਕਹਿੰਦੇ ਜਦੋਂ ਐਸਾ ਨਾਮ ਨਿਰੰਜਨ ਹੋਏ ਦੀ ਅਵਸਥਾ ਤੋਂ ਬਾਅਦ ਅੱਗੇ ਤੁਰੀਦਾ, ਫਿਰ ਸਮਝ ਆਉਂਦਾ ਅਸੰਖ ਜਪ ਅਸੰਖ ਭਾਉ, ਗਿਣਤੀ ਥੋੜੀ ਹੈ ਕੋਈ, ਅਸੰਖ ਸੰਖਿਆ ਤੋਂ ਰਹਿਤ, ਅਸੰਖ ਪੂਜਾ ਅਸੰਖ ਤਪਤਾ, ਅਸੰਖ ਗ੍ਰੰਥ ਮੁਖ ਵੇਦ ਪਾਠ। ਇੱਥੇ ਲੋਕ ਲੜੀ ਜਾਂਦੇ, ਸਾਡਾ ਗ੍ਰੰਥ ਵਧੀਆ ਜੀ, ਸਾਡਾ ਗ੍ਰੰਥ ਵਧੀਆ ਜੀ, ਸਾਡਾ ਧਰਮ ਵਧੀਆ। ਪਾਤਸ਼ਾਹ ਕਹਿੰਦੇ ਕੋਈ ਗਿਣਤੀ ਥੋੜੀ ਹੈ ਭਾਈ, ਰੱਬ ਦੇ ਤਾਂ ਇੱਥੇ ਅਨੇਕਾਂ ਹੀ ਗ੍ਰੰਥ ਨੇ ਧਰਤੀ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਜਦੋਂ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਤੁਸੀਂ ਅਸੰਖ ਅਸੰਖ ਜਪਦੇ ਰਹੇ, ਇੱਕ ਤੇ ਤੁਹਾਡਾ ਮਾਣ ਮਿਟੇਗਾ ਵੀ ਅਸੀਂ ਨਹੀਂ ਇਕੱਲੇ ਜਪਣ ਵਾਲੇ, ਗਿਣਤੀ ਤੋਂ ਰਹਿਤ ਹੈ ਦੁਨੀਆ ਪਾਠ ਕਰਨ ਵਾਲੀ, ਗਿਣਤੀ ਤੋਂ ਰਹਿਤ ਹੈ ਲੋਕ ਨਾਮ ਜਪਣ ਵਾਲੇ, ਗਿਣਤੀ ਤੋਂ ਰਹਿਤ ਨੇ ਲੋਕ ਦਾਨੀ, ਮੈਂ ਇਕੱਲਾ ਥੋੜੀ। ਇੱਥੇ ਤਾਂ ਅੰਤ ਹੀ ਨਹੀਂ ਕੋਈ, ਅਸੀਂ ਤੇ ਇੱਕ ਪਾਠ ਕਰਕੇ ਮਾਣ ਕਰ ਰਹੇ, ਲੋਕ ਕਿੰਨਾ ਕਰ ਰਹੇ। ਉਹ ਤੋਂ ਅਗਲੀ ਪੌੜੀ ਫਿਰ ਪਾਤਸ਼ਾਹ ਜਗਤ ਬਾਰੇ ਦਿਖਾਉਂਦੇ, ਕਹਿੰਦੇ ਸਾਰਾ ਜਗਤ ਤੁਹਾਨੂੰ ਐ ਨਜ਼ਰ ਆਉਣ ਲੱਗ ਪੈਣਾ ਕਿ ਅਸੰਖ ਮੂਰਖ ਅੰਧ ਘੋਰ। ਕਿਸੇ ਬੰਦੇ ਉੱਤੇ ਗੁੱਸਾ ਆਉਣਾ ਹਟ ਜਾਣਾ, ਇਹ ਬੰਦਾ ਮੂਰਖ ਹੈ, ਕਿ ਇੱਕ ਥੋੜੀ ਹੈ, ਇਦਾਂ ਦੇ ਤਾਂ ਕਰੋੜਾਂ ਲੱਖਾਂ ਨੇ, ਗਿਣਤੀ ਤੋਂ ਰਹਿਤ ਹੈ। ਕਿਹਦੇ ਕਿਹਦੇ ਨਾਲ ਝਗੜਾ ਕਰੋਗੇ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਫਿਰ ਇੱਕ ਪਾਪੀ ਦੀ, ਕਿਸੇ ਇੱਕ ਬੰਦੇ ਦੀ ਨਿੰਦਿਆ ਨਹੀਂ ਕਰੋਗੇ। ਮਨ ਕਹੇਗਾ ਇੱਥੇ ਦੁਨੀਆ ਤੇ ਅੰਤ ਥੋੜੀ, ਬਹੁਤ ਦੁਨੀਆ ਇਦਾਂ ਦੀ, ਆਪਾਂ ਕੀ ਲੈਣੇ, ਬਹੁਤ ਦੁਨੀਆ ਪਾਪ ਕਰਨ ਵਾਲੀ। ਫਿਰ ਪਾਤਸ਼ਾਹ ਨੇ ਬਚਨ ਕਹੇ, ਕਿਤੇ ਭਾਈ ਬੰਦਾ ਬੁਰਾ ਦੂਜਿਆਂ ਨੂੰ ਕਹਿੰਦਾ ਵੀ ਬਹੁਤ ਪਾਪੀ ਆ, ਬਹੁਤ ਮਾੜੇ ਆ, ਬਹੁਤ ਮੂਰਖ ਆ, ਦੂਜਿਆਂ ਨੂੰ ਕਹਿੰਦਾ ਆਪ ਕਿਤੇ ਮੈਲਾ ਨਾ ਹੋ ਜਾਏ। ਨਿੰਦਿਆ ਕਰਦਿਆਂ ਕਿਤੇ ਮੈਲਾ ਨਾ ਹੋ ਜਾਏ ਬੰਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ, ਆਪ ਸਾਰੀ ਵਿਚਾਰ ਕਹਿ ਕੇ ਅਖੀਰ ਤੇ ਫਿਰ ਨਿਮਰਤਾ ਕਹਿੰਦੇ ਭਾਈ ਨਹੀਂ, ਗੱਲ ਇੱਥੇ ਨਿਬੜਦੀ। ਨਾਨਕ ਨੀਚ ਕਹੈ ਵਿਚਾਰ, ਅਸੀਂ ਤਾਂ ਆਪ ਨੀਵੇਂ ਹਾਂ, ਲੋਕਾਂ ਦੀ ਵਿਚਾਰ ਕੀ ਕਹਿਣੀ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ,
ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਏਦਾਂ ਕਹਿਣਾ ਮਹਾਰਾਜ, ਜੋ ਤੁਹਾਨੂੰ ਭਾ ਰਿਹਾ ਉਹ ਹੋ ਰਿਹਾ। ਜੇ ਕੋਈ ਨਾਮ ਜਪ ਰਿਹਾ ਤਾਂ ਵੀ ਤੁਹਾਨੂੰ ਭਾ ਰਿਹਾ ਤਾਂ ਜਪ ਰਿਹਾ, ਨਹੀਂ ਉਹ ਕਿੱਥੋਂ ਜਪ ਲੈਗਾ। ਜੇ ਕੋਈ ਸੇਵਾ ਸਿਮਰਨ ਦਾਨ ਪੁੰਨ ਕਰਦਾ ਤੁਹਾਨੂੰ ਭਾਉਂਦਾ ਹੈ ਤੇ ਕਰ ਰਿਹਾ। ਜੇ ਅਕਾਲ ਪੁਰਖ ਰੱਬ ਨੂੰ ਭਾਵੇ ਨਾ ਤਾਂ ਮਾਫ ਕਰਿਓ, ਗੁਰਦੁਆਰੇ ਦੀਆਂ ਪੌੜੀਆਂ ਨਹੀਂ ਆਪਾਂ ਚੜ ਸਕਦੇ। ਪੌੜੀਆਂ ਨੂੰ ਛੱਡੋ, ਬਾਹਰ ਵੀ ਮੱਥਾ ਟੇਕੋ, ਗਲੀ 'ਚ ਨਹੀਂ ਤੁਸੀਂ ਆ ਸਕਦੇ। ਰੱਬ ਦੇ ਮਾਰਗ ਉੱਤੇ ਤੁਰਨਾ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ। ਜੋ ਤੁਧ ਭਾਵੈ, ਜੇ ਉਹਨੂੰ ਚੰਗੇ ਲੱਗ ਰਹੇ, ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਦੋਂ ਇਹ ਤੋਂ ਅੱਗੇ ਫਿਰ ਸੋਚਾਂਗੇ, ਉਹ ਅਵਸਥਾ ਇਹ ਹੈ ਵੀ ਮਾੜੇ ਤੋਂ ਮਾੜਾ ਬੰਦਾ ਵੇਖ ਕੇ ਵੀ ਉਹਦੀ ਨਿੰਦਿਆ ਨਹੀਂ ਕਰੋਗੇ ਵੀ ਉਹ ਮਾੜਾ ਹੈ ਜੀ, ਉਹ ਚੰਗਾ ਨਹੀਂ ਹੈ। ਫਿਰ ਇੱਥੇ ਸੁਰਤ ਆ ਜਾਣੀ, ਨਹੀਂ ਮਹਾਰਾਜ, ਜੇ ਉਹ ਮਾੜੇ ਨੇ ਤਾਂ ਤੁਹਾਨੂੰ ਭਾ ਰਿਹਾ ਤਾਂ ਹੀ ਹੋ ਰਿਹਾ। ਜੇ ਤੁਹਾਨੂੰ ਨਾ ਭਾਵੇ ਤਾਂ ਕੌਣ ਪਾਪ ਕਰ ਸਕਦਾ। ਜੇ ਤੁਹਾਨੂੰ ਨਾ ਚੰਗਾ ਲੱਗੇ, ਅਕਾਲ ਪੁਰਖ ਵਾਹਿਗੁਰੂ ਕਿਹੜਾ ਬੰਦਾ ਹੈ ਜਿਹੜਾ ਪਾਪ ਕਰ ਸਕਦਾ। ਇਹ ਤੁਹਾਡੇ ਹੁਕਮ ਵਿੱਚ ਹੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਦੋਂ ਫਿਰ ਮਨ ਸੁਖ ਹੀ ਹੁੰਦਾ, ਮਨ ਉਦੋਂ ਚਿੰਤਾ ਰਹਿਤ ਹੁੰਦਾ। ਨਹੀਂ ਤਾਂ ਲੋਕ ਰੱਬ ਨਾਲ ਉਲੰਭੇ ਕਰ ਕਰਕੇ, ਰੋਸ ਕਰ ਕਰਕੇ ਹੋਰ ਦੁਖੀ ਹੋ ਜਾਂਦੇ, ਪਾਗਲ ਹੋ ਜਾਂਦੇ। ਅੱਜ ਪਾਤਸ਼ਾਹ ਨੇ ਬਖਸ਼ਿਸ਼ ਕਿਰਪਾ ਕੀਤੀ, ਕਹਿੰਦੇ ਭਾਈ ਝੰਡੇ ਹੁਣ ਦੱਸੋ ਤੁਹਾਨੂੰ ਗੁਰੂ ਬਣਾ ਦਈਏ। ਭਾਈ ਇੰਦਰ ਸੈਨ ਤੁਸੀਂ ਇਸ ਇਲਾਕੇ ਵਿੱਚ ਨਾਮ ਜਪਾਓ ਲੋਕਾਂ ਨੂੰ। ਉਹ ਕਹਿੰਦੇ ਮਹਾਰਾਜ ਕੋਈ ਇੱਛਾ ਹੀ ਨਹੀਂ ਹੈ। ਸੰਸਾਰ ਕਾਜਲ ਦੀ ਕੋਠੜੀ ਵੀ ਲੱਗਦਾ, ਝੂਠਾ ਲੱਗਦਾ, ਤੇ ਦੂਜੇ ਪਾਸੇ ਐਂ ਲੱਗਦਾ ਸਾਰਾ ਕੁਝ ਰੱਬ ਹੀ ਰੱਬ ਹੈ, ਕੋਈ ਬੰਦਾ ਮਾੜਾ ਨਹੀਂ, ਸਾਰੇ ਪਾਸੇ ਇੱਕ ਰੱਬ ਹੀ ਹੈ। ਨਿਸਚਾ ਦ੍ਰਿੜ ਜਬ ਤਿਨੇ ਲਖਾਇਆ, ਮੰਜੀ ਪਰ ਝੰਡਾ ਬੈਠਾਇਆ। ਜਦੋਂ ਉਹਨਾਂ ਨੇ ਨਿਸ਼ਚਾ ਕੀਤਾ, ਇਹ ਗੱਲ ਕਹੀ ਮਹਾਰਾਜ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਝੂਠਾ ਵੀ ਲੱਗ ਰਿਹਾ, ਸੱਚ ਵੀ ਲੱਗ ਰਿਹਾ, ਹੁਣ ਲੋੜ ਨਹੀਂ ਹੈ। ਤਾਂ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ, ਨਿਸ਼ਚਾ ਕਰਕੇ ਦ੍ਰਿੜਤਾ ਦੇ ਨਾਲ ਭਾਈ ਝੰਡੇ ਨੂੰ ਮੰਜੀ ਉੱਤੇ ਬਿਠਾਇਆ। ਭਾਈ ਝੰਡੇ ਨੂੰ ਉਸ ਇਲਾਕੇ ਦਾ ਗੁਰੂ ਥਾਪਿਆ। ਸਰਬ ਦੇਸ਼ ਕੋ ਸਤਿਗੁਰ ਕਰਕੇ, ਪੁਰਖੋ ਪਠਾਰ ਜਾਇ ਚਰਕੈ। ਪਾਤਸ਼ਾਹ ਨੇ ਕਿਹਾ ਹੁਣ ਸਾਰੇ ਦੇਸ਼ ਦਾ, ਇਸ ਇਲਾਕੇ ਦਾ ਤੁਸੀਂ ਗੁਰੂ ਹੋ ਦੋਵੇਂ, ਤੁਹਾਡੇ ਕੋਲੋਂ ਲੋਕ ਉਪਦੇਸ਼ ਲੈ ਕੇ ਰੱਬ ਨਾਲ ਜੁੜਨਗੇ। ਇਸ ਤਰ੍ਹਾਂ ਬਖਸ਼ਿਸ਼ ਹੋਈ। ਫਿਰ ਉਸ ਦਿਨ ਤੋਂ ਬਾਅਦ ਹਾਲਾਤ ਬਦਲ ਗਏ। ਜਿਹੜਾ ਇੰਦਰ ਸੈਨ ਨੂੰ ਕੋਈ ਮਿਲੇ ਜਾਂ ਭਾਈ ਝੰਡੇ ਨੂੰ ਮਿਲੇ, ਜਿੱਤੇ ਉਹਨਾਂ ਦੀ ਨਜ਼ਰ ਹੋ ਜਾਏ ਉਹ ਵੀ ਜੁੜਨ ਲੱਗ ਜਾਏ। 1 ਤੋਂ 2, 2 ਤੋਂ 10 ਜੁੜਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਅਨੇਕਾਂ ਹੀ ਉਸ ਇਲਾਕੇ ਦੇਸ਼ ਦੇ ਸੈਂਕੜੇ ਬੰਦੇ ਜੁੜਨ ਲੱਗ ਪਏ। ਇਹ ਖਬਰ ਜਿਹੜੀ ਹੈ ਉਹ ਉੱਥੋਂ ਦੇ ਰਾਜੇ ਸੁਦਰ ਸੈਨ ਤੱਕ ਪਹੁੰਚ ਗਈ। ਭਈ ਪ੍ਰਗਟ ਸਭ ਨਗਰ ਮਜਾਰੂ, ਮਨਜ ਪਰਸਪਰ ਕਰਤ ਚਾਰੂ। ਕਿਸੇ ਨੇ ਦੱਸਿਆ ਕਿ ਹੋਈ ਸੁਦਰ ਸੈਨ ਸੁਧ ਐਸੇ, ਤਪਾ ਸਾਧ ਕੋ ਵਾਹਰ ਬੈਸੇ। ਤੁਹਾਡੇ ਬਾਹਰ ਸ਼ਹਿਰ ਤੋਂ ਕੋਈ ਤਪਾ ਸਾਧ ਬੈਠਾ, ਉਹਨਾਂ ਕੋਲ ਬਹੁਤ ਲੋਕ ਜੁੜਨ ਲੱਗ ਪਏ ਜੀ। ਉਹਨਾਂ ਇੰਦਰ ਸੈਨ ਤੇ ਭਾਈ ਝੰਡੇ ਨੂੰ ਕੋਈ ਬਣਾ ਦਿੱਤਾ। ਭਾਈ ਝੰਡਾ ਤੇ ਇੰਦਰ ਸੈਨ ਬਹੁਤ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਲਿਜਾ ਰਹੇ ਨੇ। ਝੰਡੇ ਕੋ ਸਤਿਗੁਰ ਬਣਾਇਆ, ਸੁਨ ਨਰੇਸ਼ ਨਰ ਏਕ ਬਿਠਾਇਆ। ਤਾਂ ਰਾਜੇ ਨੂੰ ਦੱਸਿਆ, ਕਹਿੰਦੇ ਜੀ ਉਹ ਜਿਹੜਾ ਤਰਖਾਣਾ ਦਾ ਲੜਕਾ ਨਹੀਂ ਹੈ ਭਾਈ ਝੰਡਾ, ਜਿਹਦੇ ਕੋਲ ਇੰਦਰ ਸੈਨ ਜਾਂਦਾ ਹੈ, ਮਹਾਰਾਜ ਉਹਨੂੰ ਉਹਨਾਂ ਸਤਿਗੁਰੂ ਗੁਰੂ ਬਣਾ ਦਿੱਤਾ, ਲੋਕਾਂ ਨੂੰ ਉਹ ਉਪਦੇਸ਼ ਦਿੰਦਾ। ਤਾਂ ਐ ਸੁਣਿਆ ਲੋਕਾਂ ਕੋਲੋਂ ਵੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਚਲਾ ਗਿਆ, ਉਹਦੇ ਤਨ ਮਨ ਦੇ ਸਾਰੇ ਦੁੱਖ ਮੁੱਕ ਜਾਂਦੇ ਨੇ, ਉਹਨੂੰ ਪਤਾ ਨਹੀਂ ਕੀ ਕੁਝ ਮਿਲ ਜਾਂਦਾ ਹੈ। ਝੰਡਾ ਇੰਦਰ ਸੈਨ ਤੇ ਕਾਲਾ, ਬੈਠੇ ਦਰਸ਼ੇ ਦੀਨ ਦਿਆਲਾ। ਕਹਿੰਦੇ ਜੀ ਉਹਨਾਂ ਦੇ ਜਨਮ ਮਰਨ ਦੇ ਦੁੱਖ ਮਿਟ ਜਾਂਦੇ ਨੇ। ਉਹਨਾਂ ਦਾ ਨਾਮ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹੈ। ਇਸ ਤਰ੍ਹਾਂ ਜਦੋਂ ਖਬਰ ਦਿੱਤੀ ਕਿ ਨਾਮ ਇਹ ਸ੍ਰੀ ਨਾਨਕ ਜਾ ਕੋ, ਨਿਰਪਤ ਬੁਲਾਵਤ ਹੈ ਅਬ ਤਾਂ ਕੋ। ਰਾਜੇ ਸੁਦਰ ਸੈਨ ਨੇ ਆਪਣਾ ਮੰਤਰੀ ਬੁਲਾਇਆ, ਸੱਦ ਕੇ ਕਿਹਾ ਪਤਾ ਕਰੋ ਇਹ ਗੁਰੂ ਨਾਨਕ ਕੌਣ ਹੈ। ਜੇ ਵਾਕਿਆ ਹੀ ਰੱਬ ਦਾ ਰੂਪ ਹੈ ਜਿਹਦੇ ਕੋਲ ਇੰਨੇ ਲੋਕ ਜੁੜ ਰਹੇ ਨੇ, ਜਾਓ ਫਿਰ ਗੁਰੂ ਨਾਨਕ ਦੇਵ ਜੀ ਨੂੰ ਬੁਲਾ ਕੇ ਲੈ ਕੇ ਆਓ।
ਹੁਣ ਸੁਦਰਸੈਨ ਨੇ ਮੰਤਰੀ ਘੱਲਿਆ, ਉਹ ਪੂਰੀ ਖਬਰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੱਦਣ ਵਾਸਤੇ ਉਹਨੇ ਬੰਦੇ ਘੱਲ ਦਿੱਤੇ ਨੇ। ਵੇਖਾਂਗੇ ਸਾਧ ਸੰਗਤ ਪਾਤਸ਼ਾਹ ਦੇ ਦਰਬਾਰ ਵਿੱਚ ਜਾਣਗੇ ਜਾਂ ਨਹੀਂ ਜਾਣਗੇ। ਇੱਥੋਂ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਾਂਝਾ ਕਰਾਂਗੇ। ਸਮਾਂ ਸਮਾਪਤ ਹੋ ਗਿਆ। ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਹਰ ਰੋਜ਼ ਇਸੇ ਤਰ੍ਹਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਹਨ, ਭੁੱਲਾਂ ਨਾ ਚਿਤਾਰਨੀਆਂ। ਅਦਬ ਸਤਕਾਰ ਸਹਿਤ ਅਸੀਸ ਦਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।